ਜਿਹੜੇ ਸਤਿਗੁਰੂ ਜੀ ਨੇ 48ਵੀਂ ਪੌੜੀ ਵਿੱਚ ਦਰਜ ਕੀਤੇ ਹਨ। ਸਵਾਲ ਬੜੇ ਰੋਚਕ, ਬੜੇ ਡੂੰਘੀ ਸਮਝ ਵਾਲੇ, ਬੜੀ ਰਮਜ਼ ਵਾਲੇ। ਇਹ ਸਿੱਧ ਜੋ ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਜਾਂ ਪਹਾੜਾਂ ਦੀਆਂ ਚੋਟੀਆਂ ਤੇ ਜਾ ਕੇ ਬੈਠ ਗਏ, ਅਨੇਕਾਂ ਯਤਨ ਦੇ ਬਾਅਦ ਵੀ ਇਹਨਾਂ ਨੂੰ ਮਨ ਦੀ ਸ਼ਾਂਤੀ ਪ੍ਰਾਪਤ ਨਾ ਹੋਈ। ਉਸ ਮਨ ਦੀ ਬੇਚੈਨੀ ਵਿੱਚੋਂ ਜਿਹੜੇ ਸਵਾਲ ਅੰਦਰ ਪੈਦਾ ਹੋਏ, ਉਹ ਸਵਾਲ ਇਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਰੱਖੇ। 5 ਸਵਾਲ ਜਿਹੜੇ ਸਨ ਉਹ ਗੁਰੂ ਪਾਤਸ਼ਾਹ ਜੀ ਦੇ ਅੱਗੇ ਰੱਖੇ ਗਏ। ਜਿਹੜੀ ਪੌੜੀ 48 48ਵੀਂ, ਕਵਨ ਮੁਖ ਚੰਦ ਹਿਵੈ ਘਰ ਛਾਇਆ, ਕਵਨ ਮੁਖ ਸੂਰਜ ਤਪੈ ਤਪਾਇਆ, ਕਵਨ ਮੁਖ ਕਾਲ ਜੋਹਤ ਨਿਤ ਰਹੈ, ਕਵਨ ਬੁੱਧ ਗੁਰਮੁਖ ਪਤ ਰਹੈ, ਕਵਨ ਜੋਧ ਜੋ ਕਾਲ ਸੰਘਾਰੈ, ਬੋਲੇ ਬਾਣੀ ਨਾਨਕ ਵਿਚਾਰੇ। 5 ਸਵਾਲ ਸਿੱਧਾਂ ਨੇ ਇਹਦੇ ਵਿੱਚ ਕੀਤੇ। ਕਿਸ ਤਰੀਕੇ ਦੇ ਨਾਲ, ਕਿਸ ਢੰਗ ਨਾਲ ਮਨੁੱਖ ਦੇ ਅੰਦਰ ਮਨ ਵਿੱਚ ਠੰਡਕ ਦਾ ਘਰ ਚੰਦਰਮਾ ਟਿਕਿਆ ਰਹੇ, ਭਾਵ ਕਿਸ ਜੁਗਤੀ ਨਾਲ ਮਨ ਅੰਦਰ ਸਦਾ ਠੰਡ ਸ਼ਾਂਤੀ ਬਣੀ ਰਹੇ। ਦੂਜਾ ਸਵਾਲ ਸੀ ਉਹ ਕਿਹੜਾ ਜੁਗਤੀ ਹੈ, ਕਿਹੜਾ ਢੰਗ ਹੈ ਕਿ ਮਨੁੱਖ ਦੇ ਅੰਦਰ ਮਨ ਵਿੱਚ ਗਿਆਨ ਦਾ ਸੂਰਜ ਟਿਕਿਆ ਰਹੇ, ਤਪਿਆ ਰਹੇ, ਭਾਵ ਗਿਆਨ ਦਾ ਪ੍ਰਕਾਸ਼ ਇਹਦੇ ਅੰਦਰ ਸਦਾ ਲਈ ਟਿਕ ਜਾਏ, ਕਾਇਮ ਹੋ ਜਾਏ। ਤੀਜਾ ਸਵਾਲ ਸੀ ਐਸਾ ਕਿਹੜਾ ਢੰਗ ਹੈ, ਕਿਹੜੀ ਜੁਗਤੀ ਹੈ ਜਿਹਦੇ ਨਾਲ ਮੌਤ ਕਵਨ ਮੁਖ ਕਾਲ ਜੋਹਤ ਨਿਤ ਰਹੈ, ਵੀ ਕਿਹੜਾ ਢੰਗ ਹੈ ਵੀ ਕਾਲ ਸਾਨੂੰ ਵੇਖਣੋਂ ਹਟ ਜਾਏ, ਭਾਵ ਮੌਤ ਦਾ ਸਹਿਮ ਮੁੱਕ ਜਾਏ। ਔਰ ਕਿਹੜਾ ਢੰਗ ਹੈ ਕਿ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਗੁਰਮੁਖ ਦੀ ਪੱਤ ਜਿਹੜੀ ਹੈ ਉਹ ਤੇਰੇ ਦਰ ਤੇ ਜਾ ਕੇ ਬਣੀ ਰਹੇ। ਐਸਾ ਕਿਹੜਾ ਢੰਗ ਹੈ, ਕਿਹੜਾ ਸੂਰਮਾ ਹੈ ਜਿਹੜਾ ਮੌਤ ਨੂੰ ਡਰਾ ਦੇਵੇ, ਮੌਤ ਤੋਂ ਡਰੇ ਨਾ। ਜੇ ਤੋਂ ਮੌਤ ਡਰੇ, ਮਨੁੱਖ ਮੌਤ ਤੋਂ ਨਾ ਡਰੇ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧਾਂ ਨੇ ਇਹ ਸਵਾਲ ਮੇਰੇ ਅੱਗੇ ਰੱਖੇ, ਬੋਲੇ ਬਾਣੀ ਨਾਨਕ ਵਿਚਾਰੇ, ਵੀ ਵਿਚਾਰ। ਗੁਰੂ ਨਾਨਕ ਜੀ ਕਹਿੰਦੇ ਨੇ ਵੀ ਗੋਸ਼ਟ ਦੇ ਕਰਦਿਆਂ ਕਰਦਿਆਂ ਸਿੱਧਾਂ ਨੇ, ਜੋਗੀਆਂ ਨੇ ਇਹ ਸਵਾਲ ਮੇਰੇ ਅੱਗੇ ਰੱਖੇ ਹਨ, ਜਿਹੜੇ 5 ਸਵਾਲ ਆਪਾਂ ਕੀਤੇ। ਕੱਲ ਇਹਨਾਂ ਦੀ ਵਿਚਾਰ ਕਰਦਿਆਂ ਅਸੀਂ ਕੁਝ ਵਿਚਾਰਾਂ ਕੀਤੀਆਂ ਸਨ ਵੀ ਇਹ ਸਵਾਲਾਂ ਦਾ ਸੂਰਜ ਚੰਦਰਮਾ ਜਾਂ ਇਹਨਾਂ ਚੀਜ਼ਾਂ ਨਾਲ ਕੀ ਸੰਬੰਧ ਹੈ। ਉਹਦੇ ਵਿੱਚ ਭਗਤ ਤਰਲੋਚਨ ਜੀ ਦਾ ਸ਼ਬਦ ਅਸੀਂ ਪੰਕਤੀ ਪੜ੍ਹੀ ਸੀ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਵਿਸ਼ਰਾਮ ਨਿੰਦਸ ਤੋਂ ਬਾਅਦ ਹੈ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਇਹ ਮੈਂ ਪ੍ਰਮਾਣ ਅੱਜ ਤਾਂ ਦੁਹਰਾਇਆ, ਕੱਲ ਮੈਨੂੰ ਦੁਕ੍ਰਿਤ ਪੜ੍ਹਿਆ ਸੀ, ਲੇਕਿਨ ਇਹਦਾ ਅਸਲੀ ਉਚਾਰਨ ਸ਼ਬਦ ਦਾ ਦੁਕ੍ਰਿਤ ਸੁਕ੍ਰਿਤ ਹੈ। ਉਹਦੇ ਲਈ ਭੁੱਲ ਗਲਤੀ ਲਈ ਖਿਮਾ ਵੀ ਚਾਹੁੰਦਾ ਹਾਂ, ਕਿਉਂਕਿ ਜਲਦੀ ਵਿੱਚ ਜਦੋਂ ਜ਼ੁਬਾਨੀ ਪੜ੍ਹਦੇ ਹਾਂ ਕਈ ਵਾਰੀ ਜੋ ਪਹਿਲੇ ਉਚਾਰਨ ਬਣੇ ਹੁੰਦੇ ਹਨ ਉਸੇ ਤਰ੍ਹਾਂ ਹੀ ਪੱਕ ਜਾਂਦੇ ਹਨ। ਇਹਦੇ ਲਈ ਇਹਦਾ ਉਚਾਰਨ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਇੱਥੇ ਇਹਦਾ ਖਿਆਲ ਰੱਖਣ ਵਾਲੀ ਗੱਲ ਹੈ, ਪਹਿਲੇ ਵਿਸਰਾਮ ਦੀ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਤੇ ਇਹ
ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਉੱਥੇ ਭਗਤ ਜੀ ਨੇ ਦੱਸਿਆ ਚੰਦਰਮੇ ਦੀ ਕਹਾਣੀ, ਅੱਜ ਮੈਂ ਦੁਬਾਰਾ ਨਹੀਂ ਦੁਹਰਾ ਰਿਹਾ, ਵੀ ਸਿੱਖ ਦਾ ਇਹਨਾਂ ਚੀਜ਼ਾਂ ਨਾਲ ਜੇ ਸੰਬੰਧ ਨਹੀਂ ਤੇ ਇਹਨਾਂ ਦਾ ਜ਼ਿਕਰ ਕਿਉਂ ਹੋਇਆ। ਅਸਲ ਵਿੱਚ ਇਹ ਤਸ਼ਬੀਹ ਹੈ, ਤੁਲਨਾ ਹੈ ਕੁਝ ਚੀਜ਼ਾਂ ਦੀ, ਜਿਹੜੀ ਗੁਰਬਾਣੀ ਵਿੱਚ ਟਰਮਾਲੋਜੀ ਵਰਤੀ ਗਈ ਹੈ, ਸ਼ਬਦਾਵਲੀ ਵਰਤੀ ਗਈ ਹੈ, ਉਹਦਾ ਇਹਨਾਂ ਸੰਬੰਧਾਂ ਨਾਲ ਕੋਈ ਮਤਲਬ ਨਹੀਂ ਹੈ, ਲੇਕਿਨ ਉਹ ਕੋਈ ਗੱਲ ਸਮਝਾਉਣ ਲਈ ਹੈ। ਜਿਵੇਂ ਚੰਦਰਮਾ ਦੀ ਰੋਸ਼ਨੀ ਨੂੰ ਠੰਡੀ ਗਿਣੀ ਜਾਂਦੀ ਹੈ, ਭਾਵੇਂ ਉਹ ਆਉਂਦੀ ਸੂਰਜ ਤੋਂ ਹੈ, ਆਪਣੀ ਰੋਸ਼ਨੀ ਨਹੀਂ ਹੈ, ਲੇਕਿਨ ਉਹ ਠੰਡਕ ਜੀ ਹੈ, ਬੰਦਾ ਅੱਖ ਭਰ ਕੇ ਦੇਖ ਸਕਦਾ। ਲੇਕਿਨ ਜਿਹੜਾ ਸੂਰਜ ਹੈ ਉਹਨੂੰ ਅੱਖ ਖੋਲ ਕੇ ਵੀ ਨਹੀਂ ਦੇਖ ਸਕਦਾ, ਅੱਖਾਂ ਦਾ ਸੜਨ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ, ਕਿਉਂਕਿ ਉਹਦੀ ਤਪਸ਼ ਬਹੁਤ ਜ਼ਿਆਦਾ ਹੈ, ਸੇਕ ਬਹੁਤ ਜ਼ਿਆਦਾ ਹੈ, ਹੀਟ ਬਹੁਤ ਜ਼ਿਆਦਾ ਹੈ, ਜਿਸ ਕਰਕੇ ਉਹਦੇ ਨਾਲ ਅੱਖ ਭਰ ਕੇ ਸੂਰਜ ਵੱਲ ਵੇਖਿਆ ਵੀ ਨਹੀਂ ਜਾਂਦਾ। ਔਰ ਜਿੱਥੇ ਠੰਡਕ ਦੀ ਗੱਲ ਕੀਤੀ, ਗੁਰਬਾਣੀ ਦੀ ਤੁਲਨਾ ਕੀਤੀ, ਬਹੁਤ ਵਾਰੀ ਲਫ਼ਜ਼ ਚੰਦਰਮਾ ਦਾ ਇਸਤੇਮਾਲ ਹੋਇਆ। ਚੰਦ ਦੀ ਮਿੱਠੀ ਜਿਹੀ ਰੋਸ਼ਨੀ ਨਾਲ ਉਹਨੂੰ ਤੁਲਨਾ ਕੀਤੀ ਗਈ, ਹਾਲਾਂਕਿ ਰੋਸ਼ਨੀ ਚੰਦਰਮਾ ਦੀ ਆਪਣੀ ਨਹੀਂ ਹੈ। ਸੂਰਜ ਦੀ ਜਦੋਂ ਗੱਲ ਕੀਤੀ, ਉੱਥੇ ਗਿਆਨ ਦੀ ਗੱਲ ਹੋਈ, ਵਿਗਿਆਨ ਜਿਹੜਾ ਹੈ ਉਹ ਕਿਸ ਤਰ੍ਹਾਂ ਟਿਕਿਆ ਰਹੇ। ਇਹ ਸੂਰਜ ਜਾਂ ਚੰਦਰਮਾ ਦੀ ਪੂਜਾ ਦੀ ਗੱਲਬਾਤ ਨਹੀਂ ਹੈ, ਇਹ ਤਾਂ ਸਿਰਫ ਤਸ਼ਬੀਹ ਦੇ ਕੇ ਗੁਰੂ ਪਾਤਸ਼ਾਹ ਜੀ ਨੇ ਜੋ ਲਫ਼ਜ਼ ਵਰਤੇ ਜਾਂਦੇ ਸਨ ਸਮਾਜ ਵਿੱਚ, ਉਹਨਾਂ ਦੇ ਨਾਲ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜਾਂ ਹੋਰ ਗੁਰੂ ਸਾਹਿਬਾਨ ਨੇ ਇਹ ਲਫ਼ਜ਼ਾਂ ਦਾ ਇਸਤੇਮਾਲ ਕਰਕੇ, ਤਦ ਕਿ ਸਾਡੇ ਵਰਗਿਆਂ ਨੂੰ ਬਹੁਤ ਸੌਖੇ ਢੰਗ ਨਾਲ, ਸੁਖੈਨ ਢੰਗ ਨਾਲ ਇਹ ਬਾਣੀ ਜਿਹੜੀ ਹੈ ਸਮਝ ਆ ਜਾਏ, ਤਾਂ ਕਿ ਇਹ ਸਾਡੇ ਅੰਦਰ ਜਿਹੜਾ ਹੈ ਉਹਦਾ ਪ੍ਰਭਾਵ ਬਣ ਜਾਏ। ਇਹਦੇ 'ਚ ਗੱਲ ਕਰਦੇ ਹਾਂ, ਕੱਲ੍ਹ ਅਸੀਂ ਅੱਗੇ ਵਿਚਾਰ ਕੀਤੀ ਸੀ ਮਨ ਦੀ। ਅੱਜ ਦਾ ਜਿਹੜਾ ਇਹ ਵਿਚਾਰ ਆਰੰਭ ਹੋਏਗੀ, ਉਹ ਜਵਾਬ ਹਨ ਜਿਹੜੇ ਸਿੱਧਾ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦਿੱਤੇ ਹਨ। ਤਾਂ ਉਹ 49ਵੀਂ ਪੌੜੀ ਹੈ, ਜਿਹੜੀ ਵਿਚਾਰ ਗੁਰੂ ਪਾਤਸ਼ਾਹ ਜੀ ਨੇ ਉਹਦੇ ਵਿੱਚ ਸਿੱਧਾ ਨੂੰ ਜਵਾਬ ਦਿੱਤੇ। ਬੜੇ ਕਮਾਲ ਦੇ ਜਵਾਬ ਹਨ, ਔਰ ਐਸੇ ਜਵਾਬ ਹਨ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਦੰਗ ਵੀ ਰਹਿ ਜਾਂਦਾ, ਸੁਣ ਕੇ ਵੀ। ਉਹ ਸਤਿਗੁਰੂ ਜੀ ਦੇ ਪਾਵਨ ਬਚਨ ਹਨ, ਸ਼ਬਦ ਭਾਖਤ ਸਸ ਜੋਤ ਅਪਾਰਾ, ਸਸਕਾਰ ਸੂਰ ਵਸੈ ਮਿਟੈ ਅੰਧਿਆਰਾ, ਸੁਖ ਦੁਖ ਸਮ ਕਰ ਨਾਮ ਆਧਾਰਾ, ਆਪੇ ਪਾਰ ਉਤਾਰਨ ਹਾਰਾ, ਗੁਰ ਪਰਚੈ ਮਨ ਸਾਚ ਸਮਾਏ, ਪਰਮਵਤ ਨਾਨਕ ਕਾਲ ਨਾ ਖਾਏ, ਗੁਰ ਪਰਚੈ ਮਨ ਸਾਚ ਸਮਾਏ, ਪਰਮਵਤ ਨਾਨਕ ਕਾਲ ਨਾ ਖਾਏ। ਇਹਦੇ ਜਵਾਬ ਤੋਂ ਪਹਿਲਾਂ ਕੱਲ ਦੀ ਪੌੜੀ ਵਿੱਚ ਇੱਕ ਲਫ਼ਜ਼ ਰਹਿ ਆਇਆ, ਰਾਰਾ ਹਾਹੇ ਨੂੰ ਦਲਾਵਾਂ ਦੇ ਨਾਲ, ਔਰ ਦੋ ਪੰਕਤੀਆਂ ਵਿੱਚ ਇੱਕੋ ਹੀ ਲਫ਼ਜ਼ ਆਇਆ। ਪਹਿਲੀ ਪੰਕਤੀ ਸੀ ਕਵਨ ਮੁਖ ਕਾਲ ਜੋਹਤ ਰਹਿ, ਅਗਲੀ ਪੰਕਤੀ ਹੈ ਕਵਨ ਬਿਦ ਗੁਰਮੁਖ ਪਤ ਰਹਿ। ਸਪੈਲਿੰਗ ਇੱਕੋ ਹੀ ਹਨ, ਸ਼ਬਦ ਜੋੜ ਇੱਕੋ ਹੀ ਹੈ, ਲੇਕਿਨ ਜਦੋਂ ਅਰਥ ਕੀਤੇ ਹਨ ਗੁਰਬਾਣੀ ਦੇ ਵਿਆਖਿਆਕਾਰਾਂ ਨੇ, ਜਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ, ਜਾਂ ਭਾਈ ਵੀਰ ਸਿੰਘ ਜੀ ਨੇ, ਜਾਂ ਹੋਰ ਫਰੀਦਕੋਟੀ ਟੀਕੇ ਨੇ, ਜਾਂ ਸ਼ਬਦਾਰਥ ਵਿੱਚ, ਤਾਂ ਇਹਨਾਂ ਦੇ ਅਰਥ ਦੋਨਾਂ ਦੇ ਬੜੇ ਅਲੱਗ-ਅਲੱਗ ਹੋਏ। ਪਹਿਲਾ ਰਹੇ ਜਿਹੜਾ ਹੈ ਕਵਨ ਮੁਖ ਕਾਲ ਜ਼ੋਹਤ ਰਹਿ ਨਿਤ ਰਹਿ, ਜ਼ੋਹਤ ਦਾ ਅਰਥ ਹੁੰਦਾ ਤੱਕਣਾ, ਕਿ ਇਹ ਨਿਤ ਰਹੇ ਵੀ ਹਰ ਵੇਲੇ ਦੇਖਣ ਤੋਂ, ਰੋਜ਼ ਦੇਖਣ ਤੋਂ ਹਟ ਜਾਏ। ਇੱਥੇ ਲਫ਼ਜ਼ ਰਹੇ ਦਾ ਆ ਗਿਆ ਹਟ ਜਾਏ। ਅਗਲੇ ਜਿਹੜੀ ਹੈ ਉੱਥੇ ਗੁਰਮੁਖ ਦੀ ਪੱਤ ਕਿਵੇਂ ਬਣੀ ਰਹੇ, ਸਪੈਲਿੰਗ ਉਹੀ ਨਹੀਂ, ਸ਼ਬਦ ਜੋੜ ਉਹੀ ਹੈ। तो ये लफ्ज का जो समझ आई है
ਜਿਹੜਾ ਪ੍ਰਕਰਨ ਪੰਕਤੀ ਦੇ ਸੰਦਰਭ ਵਿੱਚ ਚੱਲ ਰਿਹਾ ਹੋਵੇ, ਇਹ ਰਹੇ ਸ਼ਬਦ ਦਾ ਮੋੜ ਵੀ ਉਸ ਪਾਸੇ ਵੱਲ, ਝੁਕਾਅ ਵੀ ਉਸ ਪਾਸੇ ਵੱਲ ਹੀ ਹੁੰਦਾ ਹੈ। ਕੋਈ ਵਿਆਕਰਨ ਦਾ ਖਾਸ ਨਿਯਮ ਜੋ ਮੇਰੀ ਸਮਝ ਮੁਤਾਬਕ ਇਹਦੇ ਤੇ ਲਾਗੂ ਨਹੀਂ ਹੋਇਆ। ਗੁਰਬਾਣੀ ਵਿੱਚ ਪੰਕਤੀਆਂ ਆਉਂਦੀਆਂ ਨੇ ਜਿੱਥੋਂ ਇਹ ਗੱਲ ਸਾਡੀ ਸਪਸ਼ਟ ਹੁੰਦੀ ਹੈ ਵੀ ਇਹ ਸ਼ਬਦ ਜਿਹੜਾ ਚੱਲ ਰਹੇ ਪ੍ਰਕਰਨ ਦੇ ਨਾਲ ਹੀ ਸੰਬੰਧ ਰੱਖਦਾ ਹੈ। ਜੇ ਉਹ ਨੈਗੇਟਿਵ ਹੈ ਤੇ ਇਹਦੇ ਅਰਥ ਵੀ ਉਸ ਪਾਸੇ ਨੂੰ ਚਲੇ ਜਾਂਦੇ ਹਨ, ਜੇ ਉਹਦਾ ਪ੍ਰਕਰਨ ਪੋਜ਼ਿਟਿਵ ਹੈ ਤੇ ਇਹਦੇ ਅਰਥ ਉਸ ਪਾਸੇ ਨੂੰ ਚਲੇ ਜਾਂਦੇ ਹਨ। ਇਸ ਸ਼ਬਦ ਨੂੰ ਇਸ ਢੰਗ ਨਾਲ ਵਰਤਿਆ ਗਿਆ ਹੈ। ਅਸੀਂ ਇੱਕ ਪੰਕਤੀ ਪੜ੍ਹਦੇ ਹਾਂ, ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ। ਉੱਥੇ ਵੀ ਪਤ ਰਹੇ ਦੀ ਗੱਲ ਆਈ, ਤਾਂ ਇੱਥੇ ਇਹੋ ਹੀ ਲਫ਼ਜ਼ ਜਿਹੜੀ ਹੈ ਉਹ ਗੱਲ ਆ ਗਈ, ਅਰਥ ਇਹੋ ਭਾਵ ਉਹਦੇ ਨਿਕਲਦੇ, ਪੋਜ਼ਿਟਿਵ ਸੈਂਸ ਚਲੇ ਜਾਂਦੇ। ਇੱਕ ਰਹਿਣ ਦੀਆਂ ਗੱਲਾਂ ਆਈਆਂ, ਹੋਰ ਕਈ ਜਗ੍ਹਾ ਤੇ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਵਰਤਿਆ, ਰਹਿਣ ਨਾ ਪਾਵੇਂ, ਉੱਥੇ ਕਹਿੰਦੇ ਟਿਕ ਕੇ ਰਹਿ ਨਹੀਂ ਸਕਦੇ, ਉੱਥੇ ਨਾਵਾਚਕ ਸ਼ਬਦ ਦਾ ਅਰਥ ਚਲੇ ਜਾਂਦਾ। ਇੱਕ ਬਾਬਾ ਫਰੀਦ ਜੀ ਦਾ ਸਲੋਕ ਆਉਂਦਾ, ਫਰੀਦਾ ਇਹ ਵਿਸ ਗੰਧਲਾਂ ਧਰੀਆਂ ਖੰਡ ਲਈ ਵਾੜ, ਇੱਕ ਰਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਉੱਥੇ ਰਹਿ ਗਏ ਲਫ਼ਜ਼ ਦਾ ਅਰਥ ਹੈ ਛੱਡ ਕੇ ਚਲੇ ਗਏ, ਭਾਵ ਉੱਥੇ ਦੂਜੇ ਸੈਂਸ ਵਿੱਚ ਸ਼ਬਦ ਦਾ ਅਰਥ ਆ ਜਾਂਦਾ। ਚੱਲੇ ਅਸਲ ਵਿੱਚ ਇਹ ਚੱਲ ਰਹੇ ਪ੍ਰਕਰਨ ਮੁਤਾਬਕ, ਚੱਲ ਰਹੇ ਅਰਥਾਂ ਦੇ ਲਾਈਨ ਦੇ ਸੰਦਰਭ ਵਿੱਚ ਹੀ ਇਹਦੇ ਅਰਥ ਜਿਹੜੇ ਹਨ ਉਹ ਨਿਕਲਦੇ ਹਨ। ਤੇ ਕੋਈ ਖਾਸ ਨਿਯਮ ਜੋ ਮੈਨੂੰ ਹੀ ਸਮਝ ਵਿੱਚ ਨਹੀਂ ਆਇਆ, ਮੈਂ ਕੱਲ ਇਹ ਕਲਾਸ ਤੋਂ ਬਾਅਦ ਵੀ ਇਹਦੇ ਬਾਰੇ ਵਿਚਾਰ ਕੀਤੀ ਸੀ, ਇਹਨੂੰ ਪੜ੍ਹਿਆ ਵੀ ਹੈ, ਔਰ ਮੇਰੇ MP ਸਿੰਘ ਜੀ ਨਾਲ ਵੀ ਗੱਲ ਹੋਈ ਹੈ, ਔਰ ਇਸ ਤੋਂ ਬਾਅਦ ਮੈਂ ਅੰਮ੍ਰਿਤਪਾਲ ਸਿੰਘ ਜੀ ਨਾਲ ਵੀ ਗੱਲ ਕੀਤੀ ਹੈ ਕਿ ਕੋਈ ਇਹਦਾ ਖਾਸ ਹੈ ਵੀ ਇਹਦੀ ਲਫ਼ਜ਼ ਇਸਤੇਮਾਲ ਹੋਇਆ ਕੋਈ। ਇਹੋ ਹੀ ਸਪਸ਼ਟ ਹੋਇਆ ਜੋ ਸਮਝ ਆਈ ਹੈ ਵੀ ਇਹ ਚੱਲ ਰਹੇ ਪ੍ਰਕਰਨ ਦੇ ਸੰਦਰਭ ਵਿੱਚ ਇਹਦੇ ਅਰਥ ਜਿਹੜੇ ਹਨ ਉਹ ਨਿਕਲਦੇ ਹਨ। ਕੋਈ ਹੋਰ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਮੁਬਾਰਕ ਹੈ, ਜੇ ਕੋਈ ਸਾਂਝੀ ਕਰ ਸਕਦਾ ਹੋਵੇ ਤੇ ਮੈਨੂੰ ਖੁਸ਼ੀ ਹੋਏਗੀ ਵੀ ਹੋਰ ਜਾਣਕਾਰੀ ਜਿਹੜੀ ਹੈ ਅਸੀਂ ਹਾਸਲ ਕਰ ਸਕਦੇ ਹਾਂ। ਕਲਾਸਾਂ ਦਾ ਮਕਸਦ ਵੀ ਇਹੋ ਹੀ ਹੈ। ਇਹ ਸ਼ਬਦ ਜਿਹੜਾ ਕੱਲ ਆਇਆ ਸੀ ਇਹਦੇ ਬਾਰੇ ਵਿਚਾਰ ਕਰਨੀ ਵੀ ਜ਼ਰੂਰੀ ਸੀ। ਅੱਜ ਦੇ ਹੁਣ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਉੱਤਰ ਦੇਣੇ ਸ਼ੁਰੂ ਕੀਤੇ ਸਵਾਲਾਂ ਦੇ। ਉੱਤਰ ਪਹਿਲਾ ਜੋ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਰਿਹਾ, ਸ਼ਬਦ ਭਾਗਤ ਸਸ ਜੋਤ ਅਪਾਰਾ, ਸਸ ਕਰ ਸੂਰ ਵਸੈ ਮਿਟੈ ਅੰਧਿਆਰਾ। ਭਾਖਤ ਦਾ ਅਰਥ ਹੁੰਦਾ ਬੋਲਣਾ, ਉਚਾਰਨਾ। ਸਸ ਦਾ ਅਰਥ ਚੰਦਰਮਾ, ਤੇ ਅੱਗੇ ਸੂਰ ਦਾ ਅਰਥ ਸੂਰਜ ਹੈ, ਭਾਵ ਗਿਆਨ ਹੈ। ਚੰਦਰਮਾ ਦਾ ਅਰਥ ਭਾਵ ਠੰਡਕ ਹੈ। ਹੁਣ ਗੁਰੂ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਪਹਿਲੇ ਸਵਾਲ ਦਾ, ਸਿੱਧੋ ਤੁਸੀਂ ਪੁੱਛਿਆ ਹੈ ਕਿ ਇਹ ਠੰਡਕ ਮਨ ਵਿੱਚ ਕਿਵੇਂ ਬਣੀ ਰਹੇ। ਇੱਥੇ ਗੁਰੂ ਸਾਹਿਬ ਜੀ ਨੇ ਬੜੇ ਪਿਆਰੀਆਂ ਗੱਲਾਂ ਸਮਝਾਈਆਂ ਸਾਨੂੰ ਗੁਰਬਾਣੀ ਦੇ ਵਿੱਚ। ਦੇਖੋ, ਮਨ, ਮੈਂ ਕੱਲ ਬੇਨਤੀ ਕੀਤੀ ਸੀ, ਥੋੜੀ ਜਿਹੀ ਫੇਰ ਇਹਨੂੰ ਸਮਝਣ ਦੀ ਲੋੜ ਹੈ ਕਿ ਸਰੀਰ, ਮਨੁੱਖੀ ਜਿਹੜੀ ਬਣਤਰ ਹੈ, ਤਿੰਨ ਚੀਜ਼ਾਂ, ਇੱਕ ਸਰੀਰ ਹੈ, ਇੱਕ ਮਨ ਹੈ, ਇੱਕ ਆਤਮਾ ਹੈ। ਆਤਮਾ ਪਰਮ ਜੋਤ ਪਰਮੇਸ਼ਰ ਦੀ ਅੰਸ਼ ਹੈ, ਉਹਦਾ ਹਿੱਸਾ ਹੈ। ਮਨ ਸਰੀਰ ਤੇ ਆਤਮਾ ਦੇ ਵਿਚਕਾਰਲੀ ਕੜੀ ਹੈ। ਦੋਨੇ ਤਿੰਨੇ ਵੱਖਰੇ ਨਹੀਂ, ਤਿੰਨਾਂ ਦੇ ਆਪੋ ਵਿੱਚ ਸੰਬੰਧ ਹਨ, ਜੁੜੇ ਹੋਏ ਹਨ। ਆਤਮਾ ਕੇਵਲ ਪੋਸਟਮੈਨ ਜਾਂ ਡਾਕੀਏ ਦਾ ਕੰਮ ਕਰਦੀ ਹੈ। ਜਿਹੜਾ ਸੁਨੇਹਾ ਪਰਮੇਸ਼ਰ ਤੋਂ ਮਿਲਦਾ ਉਹ ਅੱਗੇ ਮਨ ਨੂੰ ਦਿੰਦੀ ਹੈ। ਮਨ ਸਾਰੇ ਸੰਕਲਪ ਤੇ ਵਿਕਲਪ ਕਰਦਾ, ਕਰਨਾ ਨਹੀਂ ਕਰਨਾ ਇਹ ਮਨ ਦੇ ਉੱਤੇ ਡਿਪੈਂਡ ਕਰਦਾ ਕਿ ਮਨ ਨੇ ਕੀ ਕਰਨਾ। ਮਨ ਕਿਉਂਕਿ ਬਾਹਰਮੁਖੀ ਝੁਕਾਅ ਰੱਖਦਾ ਹੈ, ਸਰੀਰ ਦੇ ਨਾਲ ਮਨ ਦੀ ਬਣਤਰ ਜਿਹੜੀ ਹੁੰਦੀ ਹੈ, ਇਸ ਕਰਕੇ ਮਨ ਦਾ ਵਿਚਾਰ ਵੀ ਉਹੋ ਜਿਹੇ ਬਣ ਜਾਂਦੇ ਹਨ। ਇਹ ਫਿਰ ਆਤਮਾ ਦੇ ਸੰਦੇਸ਼ ਦੀ ਪ੍ਰਵਾਹ ਨਹੀਂ ਕਰਦਾ। ਮਾਇਆ ਨਾਲ ਮਿਲ ਕੇ ਇਹ ਮਾਇਆ ਦਾ ਰੂਪ ਹੋ ਜਾਂਦਾ ਤੇ ਆਨੰਦ ਸਰੂਪ ਪਰਮੇਸ਼ਰ ਨਾਲ ਮਿਲ ਕੇ ਇਹ ਆਨੰਦ ਸਰੂਪ ਵੀ ਬਣ ਜਾਂਦਾ ਹੈ। ਮਨ ਦੀ ਗੱਲ ਕੀਤੀ ਹੈ। ਹੁਣ ਮਨ ਕੋਲ ਗਿਆਨ ਜਿਹੜਾ ਆਪਣਾ ਹੈ ਨਹੀਂ,
ਮਨ ਬਾਹਰਲੇ ਗਿਆਨ ਇੰਦਰੀਆਂ ਤੋਂ ਗਿਆਨ ਹਾਸਲ ਕਰਦਾ ਹੈ। ਇੱਕ ਆਪਣਾ ਟੌਪਿਕ ਜਿਹੜਾ ਵੀ ਰਾਜਾ ਸਿੰਘ ਜੀ ਨੇ ਸਾਡੇ ਨਾਲ ਸਾਂਝਾ ਕੀਤਾ ਸੀ, ਉਹਦੇ 'ਚ ਵੀ ਇਹ ਗੱਲ ਅਸੀਂ ਵਿਚਾਰ ਚੁੱਕੇ ਹਾਂ ਕਿ ਮਨ ਬਾਹਰਲੀਆਂ ਸਾਡੀਆਂ ਇੰਦਰੀਆਂ ਤੋਂ ਗਿਆਨ ਹਾਸਲ ਕਰਦਾ ਹੈ। ਜਿਹੜੇ ਸਾਡੇ ਇੰਦਰੇ ਹਨ, ਗਿਆਨ ਇੰਦਰੇ ਹਨ, ਇਹ ਫਿਰ ਮਨ ਉਹ ਗਿਆਨ ਦੇ ਮੁਤਾਬਕ ਹੀ ਇਹ ਆਪਣੇ ਵਿਚਾਰ ਬਣਾਉਂਦਾ ਹੈ। ਕਿਉਂਕਿ ਮਨ ਦਾ ਝੁਕਾਅ ਜਿਹੜਾ ਬਾਹਰ ਮੁਖੀ ਹੈ, ਸਰੀਰ ਨਾਲ ਹੈ, ਇਹ ਮਾਇਆ ਦੇ ਨਾਲ ਹੈ। ਜਦ ਇਹਦਾ ਜਿਹੜਾ ਸੁਭਾਅ ਹੈ ਮਾਇਆ ਵਾਲਾ ਹੀ ਬਣ ਜਾਂਦਾ ਹੈ। ਇਹ ਜਦੋਂ ਸਰੀਰ ਨਾਲ ਜੁੜਦਾ ਹੈ ਤਾਂ ਇਹ ਮਨ ਸਰੀਰ ਦਾ ਰੂਪ ਬਣ ਜਾਂਦਾ ਹੈ। ਇਹਦਾ ਕੰਮ ਕੇਵਲ ਖਾਣਾ ਪੀਣਾ ਪਹਿਨਣਾ, ਬਸ ਇਹੋ ਹੀ ਸਮਝਦਾ ਮਨ ਆਪਣਾ ਕੰਮ। ਇਹ ਮਨ ਦੇ ਅੰਦਰ ਇਸ ਵਿਚਾਰ ਕਿੱਥੋਂ ਪੈਦਾ ਹੁੰਦੇ? ਬਾਹਰਲੇ ਸਾਡੇ ਗਿਆਨ ਇੰਦਰੀਆਂ ਤੋਂ। ਪਰ ਜੇ ਕਿਤੇ ਇਹ ਮਨ ਸ਼ਬਦ ਦੇ ਸਨਮੁਖ ਹੋ ਜਾਏ, ਜਾਂ ਮਨ ਇਹ ਕਹਿ ਲਓ ਕਿ ਸ਼ਬਦ ਵਿੱਚ ਜੁੜ ਜਾਏ, ਤਾਂ ਫਿਰ ਇਹ ਮਨੁੱਖ ਜਾਂ ਆਤਮਾ ਦੇ ਅਧੀਨ ਹੋ ਜਾਂਦਾ, ਉਹਦੇ ਕਾਬੂ 'ਚ ਆ ਜਾਂਦਾ। ਫਿਰ ਇਹਦੇ 'ਚ ਪੂਰਨ ਖੜਾਓ ਆਉਂਦਾ, ਫਿਰ ਇਹ ਟਿਕਦਾ ਹੈ, ਫਿਰ ਠੰਡਕ ਦੇ ਘਰ 'ਚ ਜਾ ਕੇ ਪਹੁੰਚਦਾ ਹੈ। ਕਿਉਂਕਿ ਆਤਮਾ ਪਰਮ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਠੰਡੀ ਹੈ, ਉੱਥੇ ਠੰਡ ਹੈ, ਉੱਥੇ ਅੰਦਰ ਪਰਮੇਸ਼ਰ ਦੇ, ਕਿਉਂਕਿ ਅਸੀਂ ਜਦੋਂ ਪੜ੍ਹਦੇ ਹਾਂ ਉਹਦਾ ਨਾਮ ਵੀ ਠੰਡਾ ਹੈ, ਪਰਮੇਸ਼ਰ ਵੀ ਠੰਡਾ, ਭਾਵ ਅੰਦਰ ਸ਼ੀਤਲਤਾ ਦਿੰਦਾ ਹੈ, ਕੁਛ ਨਾ ਕੁਛ ਅੰਦਰ ਖੇੜਾ ਜਿਹਾ ਲਿਆਉਂਦਾ ਹੈ। ਨਾਮ ਵੀ, ਆਤਮਾ ਦਾ ਸੁਭਾਅ ਵੀ ਹੋਈ ਹੈ, ਠੰਡਕ ਦਾ ਘਰ ਹੈ। ਤਾਂ ਮਨ ਨੇ ਜਦੋਂ ਸ਼ਬਦ ਵਿੱਚ ਜੁੜਨਾ ਹੈ, ਜਦੋਂ ਮਨ ਸ਼ਬਦ ਨਾਲ ਜੁੜੇਗਾ ਤਾਂ ਉਦੋਂ ਇਸ ਮਨ ਦਾ ਸੁਭਾਅ ਵੀ ਠੰਡਾ ਮਿੱਠਾ, ਭਾਵ ਆਤਮਾ ਦੇ ਸੁਭਾਅ ਨਾਲ ਮਿਲਣ ਲੱਗ ਪੈਂਦਾ। ਕਿਉਂ? ਕਿਉਂਕਿ ਫਿਰ ਇਹ ਆਤਮਾ ਦੇ ਵੱਲ ਆਪਣਾ ਮੂੰਹ ਮੋੜ ਲੈਂਦਾ ਹੈ, ਅੰਦਰਮੁਖੀ ਹੋ ਜਾਂਦਾ। ਬਾਹਰਮੁਖੀ ਤੋਂ ਸਰੀਰ ਦੇ ਨਾਲੋਂ, ਸਰੀਰ ਦੀਆਂ ਕਿਰਿਆਵਾਂ ਜਾਂ ਸਰੀਰ ਦੀਆਂ ਲੋੜਾਂ, ਉਹਨਾਂ ਤੋਂ ਉੱਪਰ ਉੱਠ ਕੇ ਫਿਰ ਅੰਦਰ ਆਪਣੇ ਮੂਲ ਵੱਲ ਝਾਤੀ ਮਾਰਦਾ। ਜਦੋਂ ਆਪਣੇ ਮੂਲ ਵੱਲ ਝਾਤੀ ਮਾਰਦਾ ਹੈ ਇਹ ਮਨ, ਤਾਂ ਫਿਰ ਇਹ ਮਨ ਦੇ ਉਹ ਜੋ ਆਤਮਾ ਠੰਡੀ ਹੈ, ਜਦੋਂ ਉਹਦੇ ਨਾਲ ਇਹਦੀ ਸੰਗਤ ਹੈ, ਉਹਦੇ ਨਾਲ ਮਿਲਦਾ, ਉਹਦੇ ਕਹਿਣੇ 'ਚ ਜੁੜਦਾ, ਤੇ ਇਹ ਵੀ ਠੰਡਾ ਠਾਰ ਸ਼ੀਤਲ ਹੋ ਜਾਂਦਾ। ਉਹਨੂੰ ਤਸ਼ਬੀਹ ਗੁਰੂ ਸਾਹਿਬ ਜੀ ਨੇ ਚੰਦਰਮਾ ਦੇ ਨਾਲ ਇੱਥੇ ਦਿੱਤੀ ਹੈ। ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਮਨ, ਆਤਮਾ ਜਿਹੜੀ ਹੈ, ਉਹਨੂੰ ਨਾ ਦੁੱਖ ਹੈ ਨਾ ਸੁੱਖ ਹੈ, ਨਾ ਉਹਨੂੰ ਬੁਢਾਪਾ ਹੈ ਨਾ ਨੌਜਵਾਨੀ ਹੈ, ਨਾ ਉਹਨੂੰ ਜਨਮ ਹੈ ਨਾ ਮਰਨਾ ਹੈ। ਉਹ ਨਹੀਂ ਮਰਦੀ। ਸਰੀਰ ਜਾਂਦਾ ਹੈ, ਸਰੀਰ ਨਾਸ਼ ਹੁੰਦਾ, ਸਰੀਰ ਖਤਮ ਹੁੰਦਾ। ਹੁਣ ਜਿਹੜੇ ਦੁੱਖ ਸੁੱਖ ਹਨ ਜਾਂ ਸੰਸਾਰ ਦੀਆਂ ਖੇਡਾਂ ਦੇ ਮਨ ਦੇ ਕਰਕੇ ਹਨ। ਮਨ ਮਹਿਸੂਸ ਕਰਦਾ ਤਾਂ ਦੁੱਖ ਲੱਗਦਾ ਕਿ ਸਰੀਰ ਨੂੰ, ਜੇ ਇਹ ਮਨ ਦਾ ਸੁਭਾਅ ਅੰਤਰਮੁਖੀ ਹੋ ਜਾਏ, ਆਤਮਾ ਵੱਲ ਝੁਕਾਅ ਹੋ ਜਾਏ, ਤਾਂ ਫਿਰ ਸਰੀਰ ਕਦੀ ਵੀ ਇਹ ਦੁਖੀ ਨਹੀਂ ਹੁੰਦਾ। ਕਿਉਂਕਿ ਇਹ ਗੁਰੂ ਸਾਹਿਬ ਜੀ ਨੇ ਬਾਣੀ 'ਚ ਪ੍ਰਮਾਣ ਦਿੱਤੇ ਹੈ। ਇਹ ਪਿਆਰੇ ਗੁਰਸਿੱਖ ਜਿਹੜੇ ਬੰਦ ਕਟਾ ਕੇ ਚਰਖੜੀਆਂ ਤੇ ਚੜ੍ਹ ਗਏ, ਖੋਪਰੀਆਂ ਲੁਹਾ ਗਏ, ਜਿਨ੍ਹਾਂ ਸਿੰਘਾਂ ਨੇ ਧਰਮੀ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆ ਰਹੇ, ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਇਹ ਕੀ ਹੈ? ਇਹ ਉਹੀ ਹੈ, ਕੁਰਬਾਨੀ ਉਹੀ ਕਰ ਸਕਦਾ ਹੈ। ਨਹੀਂ ਤਾਂ ਸਰੀਰ ਦੀ ਪੀੜ ਇੱਕ ਸੂਈ ਚੁੱਭ ਜਾਏ ਤਾਂ ਉਹ ਵੀ ਬਰਦਾਸ਼ਤ ਨਹੀਂ ਹੈ, ਕੰਡੇ ਦੀ ਪੀੜਾ ਵੀ ਬਰਦਾਸ਼ਤ ਨਹੀਂ ਹੁੰਦੀ। ਪਰ ਇਹ ਤਾਂ ਬੰਦ ਕਟਾਉਣੇ ਹਨ, ਇਹ ਤਾਂ ਅੰਗ ਵੀ ਨਹੀਂ ਹੈ, ਬੰਦ ਹੈ। ਭਾਈ ਮਨੀ ਸਿੰਘ ਵਰਗੇ ਸੂਰਮਿਆਂ ਨੇ ਬੰਦ ਕੱਟਣ ਦੀ ਗੱਲ ਕੀਤੀ ਹੈ। ਕਿਉਂ? ਕਿਉਂਕਿ ਆਤਮਾ ਨੂੰ ਦੁੱਖ ਸੁੱਖ ਨਹੀਂ ਹੈ, ਉਹਨਾਂ ਦੀ ਪਹੁੰਚ ਉੱਥੇ ਤੱਕ ਹੋ ਜਾਂਦੀ ਹੈ। ਮਨ ਆਪਣਾ ਸੁਭਾਅ ਛੱਡ ਦਿੰਦਾ, ਮਨ ਆਪਣੀ ਹੋਂਦ ਖਤਮ ਕਰ ਲੈਂਦਾ। ਆਤਮਾ ਤੇ ਪਰਮਾਤਮਾ ਦਾ ਹਿੱਸਾ ਹੋਣ ਕਰਕੇ ਇਹ ਸਭ ਦੁੱਖ ਸੁੱਖ ਜਿਹੜੇ ਹਨ ਉਹ ਤੋਂ ਉੱਪਰ ਉੱਠ ਜਾਂਦੇ ਆ। ਇਹ ਦੁੱਖਾਂ ਸੁੱਖਾਂ ਤੋਂ ਉੱਪਰ ਉੱਠਣ ਦੀ ਜਿਹੜੀ ਫਿਲਾਸਫੀ ਹੈ, ਇਹ ਸਰੀਰ ਦੇ ਦੁੱਖ ਕੇਵਲ ਮਨ ਕਰਕੇ ਲੱਗਦੇ ਆ, ਮਨ ਦੇ ਵਿਚਾਰਾਂ ਕਰਕੇ ਲੱਗਦੇ ਆ, ਮਨ ਦੇ ਸੰਕਲਪ ਵਿਕਲਪ ਕਰਕੇ ਲੱਗਦੇ ਹਨ। ਲੇਕਿਨ ਜਦੋਂ ਮਨ ਦਾ ਝੁਕਾਅ ਚੰਦਰਮਾ ਭਾਵ ਠੰਡਕ ਦੇ ਘਰ 'ਚ ਇਹ ਜਾਂਦਾ, ਆਪਣੀ ਹੋਂਦ ਨੂੰ ਛੱਡਦਾ, ਫਿਰ ਇਹਨੂੰ ਨਾ ਦੁੱਖ ਹੈ ਨਾ ਸੁੱਖ ਹੈ, ਨਾ ਦਿਨ ਹੈ ਨਾ ਰਾਤ ਹੈ, ਨਾ ਇੱਥੇ ਜਨਮ ਨਾ ਮਰਨਾ ਹੈ। ਇਹਦੀ ਅਵਸਥਾ ਵੀ ਉੱਥੇ ਤੱਕ ਪਹੁੰਚ ਜਾਂਦੀ ਹੈ। ਇਹ ਗੱਲ ਕੁਛ ਸਮਝਣ ਦੇ ਨਾਲ ਸਾਨੂੰ ਇਹ ਸਵਾਲਾਂ ਦੇ ਜਵਾਬ ਵੀ ਬੜੇ ਸਪਸ਼ਟ ਜਿਹੇ ਹੋ ਜਾਣਗੇ। ਤੇ ਗੁਰੂ ਪਾਤਸ਼ਾਹ ਜੀ ਨੇ ਜਦੋਂ ਗੱਲ ਕੀਤੀ, ਇਹ ਮਨ ਜਿਹੜਾ ਜਦੋਂ ਸ਼ਬਦ ਦੇ ਰਾਹੀਂ ਕਾਬੂ 'ਚ ਆ ਜਾਂਦਾ, ਸਿੱਧੋ ਕਹਿੰਦੇ, ਗੁਰੂ ਪਾਤਸ਼ਾਹ ਕਹਿਣ ਲੱਗੇ, ਸਿੱਧੋ ਮਨ ਕਾਬੂ 'ਚ ਆਉਂਦਾ, ਮਨ ਠੰਡਕ ਦੇ ਘਰ 'ਚ ਕਿਵੇਂ ਟਿਕਦਾ? ਜਦੋਂ ਇਹ ਸ਼ਬਦ ਦੇ ਨਾਲ ਆਪਣੇ ਆਪ ਨੂੰ ਰੰਗ ਲੈਂਦਾ ਹੈ। ਜਦੋਂ
ਸ਼ਬਦ ਦਾ ਪ੍ਰਭਾਵ ਇੱਥੇ ਪੈ ਜਾਂਦਾ ਹੈ। ਇਹ ਪੂਰਾ ਖੜਾਓ ਹੀ ਜਿਹੜਾ ਅੰਦਰ ਆਉਣਾ, ਇਹੀ ਚੰਦਰਮਾ ਦਾ ਹਿਵੇ ਘਰ ਦੇ ਨਾਲ ਜਿਹੜਾ ਸੂਰਜ ਦੇ ਨਾਲ ਮਿਲਣਾ ਹੈ, ਮਿਲਾਪ ਹੈ, ਜਿਹੜਾ ਪੂਰਨ ਖੜਾਓ ਹੈ। ਇਹ ਠੰਡਕ ਹੈ, ਇਹਨੂੰ ਠੰਡਕ ਕਹਿੰਦੇ ਨੇ। ਅਸੀਂ ਇਹ ਗੁਰਬਾਣੀ ਦੇ ਪ੍ਰਮਾਣ ਪੜ੍ਹ ਚੁੱਕੇ ਹਾਂ। ਜਦੋਂ ਅਸੀਂ ਤਨ ਮਨ ਹੋਏ ਨਿਹਾਲ ਦੀ ਗੱਲ ਕਰਦੇ ਹਾਂ ਜਾਂ ਗੁਰ ਦੇਖਾਂ ਸਾਹਮਣੇ ਦੀ ਗੱਲ ਕਰਦੇ ਹਾਂ, ਤੇ ਇਹ ਸਾਰੀਆਂ ਗੱਲਾਂ ਉਹਦੇ ਚੋਂ ਸਮਝ ਆਉਂਦੀਆਂ ਨੇ ਵੀ ਅੰਦਰ ਠੰਡ ਕਿੱਦਾਂ ਪੈ ਗਈ, ਠੰਡ ਕਿੱਦਾਂ ਹੋ ਗਈ। ਜਦੋਂ ਅਸੀਂ ਪੜ੍ਹਦੇ ਹਾਂ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ। ਅੰਦਰ ਕਿਹੜੀ ਕੋਈ ਬਰਫ਼ ਥੋੜੀ ਸੀ, ਅੰਦਰ ਕੋਈ ਪਹਾੜ ਥੋੜੀ ਸੀ। ਮਨ ਖੜਾਓ ਚ ਆ ਗਿਆ, ਪੰਧ ਜਲੰਦੜੀ, ਗੁਰੂ ਦੇ ਮਾਰਗ ਤੇ ਚੱਲ ਕੇ ਉਹਦੀ ਸਿਫਤ ਸਲਾਹ ਸੁਣੀ, ਖਿੜ ਗਿਆ। ਸੋਏ ਸੁਨੰਦੜੀ ਮੇਰਾ ਮਨ ਤਨ ਮੌਲਾ, ਕਹਿੰਦੇ ਫਿਰ ਕਿ ਖਿੜਾਓ ਚ ਆ ਗਿਆ। ਉਹਦਾ ਨਾਮ ਜਪਿਆ, ਲਾਲੀ ਚੜ ਗਈ, ਨਾਮ ਚ ਪੰਦੜੀ ਲਾਲੀ। ਪੰਧ ਜਲੰਧਰੀ ਮੇਰਾ ਅੰਦਰ ਠੰਡਾ, ਜਿਹੜਾ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਰਾਲੀ ਦੀ ਅਵਸਥਾ ਤੇ ਪਹੁੰਚ ਗਿਆ। ਉੱਥੇ ਗੁਰਸਿੱਖ ਮਿੱਤਰ ਉੱਥੇ ਪਹੁੰਚ ਗਏ ਹਨ। ਤੇ ਹੁਣ ਕਹਿੰਦੇ ਨੇ ਫਿਰ ਕੀ ਅੰਦਰ ਠੰਡਾ ਹੋ ਗਿਆ। ਠੰਡਾ ਕਦ ਨਾਲ ਸੀ? ਉਹ ਜਿਹੜਾ ਸੁਣਿਆ ਸੋਏ ਸੁਨੰਦੜੀ ਦੀ ਗੱਲ, ਪੰਧ ਜਲੰਧੜੀ ਦੀ ਗੱਲ, ਪੰਧ ਤੜੰਦੜੀ ਦੀ ਗੱਲ, ਉਹਦੇ ਨਾਲ ਠੰਡਾ ਹੋਇਆ ਤੇ ਅੰਦਰ ਠੰਡਾ ਹੋ ਗਿਆ। ਇਹ ਹੈ ਖੜਾਓ ਵਿੱਚ ਆਉਣਾ। ਇਹ ਪੂਰਨ ਖੜਾਓ ਹੈ, ਆਨੰਦ ਹੈ, ਸਹਿਜ ਹੈ, ਆਤਮਕ ਹੁਲਾਰੇ ਹਨ ਜਿਹੜੇ ਗੱਲਾਂ ਨਾਲ ਨਹੀਂ ਆਉਂਦੇ। ਸਿੱਧਾ ਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਕਹਿੰਦੇ ਨੇ ਇਹ ਗੱਲਾਂ ਜਿਹੜੀਆਂ ਨੇ ਭਾਈ, ਇਹ ਆਉਂਦੀਆਂ ਨਹੀਂ ਕੇਵਲ ਵਿਚਾਰਾਂ ਦੇ ਨਾਲ, ਕਦੀ ਗੱਲਾਂ ਦੇ ਨਾਲ ਨਹੀਂ ਆਉਂਦੀਆਂ। ਇਹਦੇ ਲਈ ਤਾਂ ਆਪਣੇ ਮਨ ਨੂੰ ਉਧਰ ਟਿਕਾਉਣਾ ਪੈਂਦਾ ਹੈ। ਤੇ ਇਹ ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਦਾ ਇੱਕ ਬਚਨ ਆਉਂਦਾ, ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਇੱਕ ਵਿਚਾਰ ਦਿੰਦੇ ਨੇ, ਕਹਿੰਦੇ ਨੇ ਇਹ ਮਨ ਸ਼ਕਤੀ, ਇਹ ਮਨ ਜੀਓ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਪੰਜਾਂ ਤੱਤਾਂ ਤੋਂ ਮਨ ਜਿਹੜਾ ਬਣਿਆ ਹੋਇਆ, ਕਹਿੰਦੇ ਇਹ ਮਨ ਲੈ ਜੋ ਉਨ ਮਨ ਰਹੇ। ਹੁਣ ਇਹ ਇੱਥੇ ਇਹ ਗੱਲ ਸਮਝਣ ਵਾਲੀ ਹੈ, ਉਨ ਮਨ ਰਹੇ, ਉਸ ਪਾਸੇ। ਪਹਿਲਾਂ ਇਸ ਪਾਸੇ ਸੀ, ਫਿਰ ਉਸ ਪਾਸੇ ਸੀ। ਇਧਰੋਂ ਪੁੱਟ ਕੇ ਉਧਰ ਲਾਉਣ ਵਾਲੀ ਜਿਹੜੀ ਗੱਲ ਹੈ ਇਹੋ ਹੀ ਹੈਗੀ ਹੈ। ਦੁਨੀਆ ਤੋਂ ਪੁੱਟਣਾ ਤੇ ਸੰਸਾਰ ਨਾਲ ਜੋੜਨਾ, ਸੰਸਾਰ ਨਾਲ ਤੋੜਨਾ ਤੇ ਨਿਰੰਕਾਰ ਨਾਲ ਜੋੜਨਾ। ਦੁਨੀਆ ਤੋਂ ਪੁੱਟ ਕੇ ਪਰਮੇਸ਼ਰ ਦੇ ਵਿੱਚ ਗੱਡਣਾ ਤੇ ਇਸ ਮਨ ਨੂੰ ਉਧਰ ਲਾ ਦੇਣਾ। ਤੇ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਨੇ ਜਿਹੜੀ ਸਾਨੂੰ ਇਹ ਗੱਲ ਸਮਝਾਈ, ਭਗਤ ਕਬੀਰ ਜੀ ਗੌੜੀ ਰਾਗ ਦਾ ਬਚਨ ਹੈ ਜਿਹੜਾ, ਉਹ 'ਚ ਸਾਨੂੰ ਗੱਲ ਕਹਿੰਦੇ ਨੇ ਜਦੋਂ ਇਹ ਇਸ ਤਰ੍ਹਾਂ ਹੋ ਜਾਵੇ ਤੋ ਤੀਨ ਲੋਕ ਕੀ ਬਾतें ਕਹੇ, ਫਿਰ ਤਿੰਨਾਂ ਲੋਕਾਂ ਦੀਆਂ ਗੱਲਾਂ ਕਰਦਾ ਹੈ। ਭਾਵ ਉੱਚੀ ਆਤਮਿਕ ਅਵਸਥਾ ਦੇ ਹੁਲਾਰੇ ਨੂੰ ਆਉਂਦੇ ਨੇ। ਤਾਂ ਗੁਰੂ ਸਾਹਿਬ ਜੀ ਹੁਣ ਕਹਿੰਦੇ ਬਈ ਸਿੱਧੋ ਜਰਾ ਖਿਆਲ ਕਰਨਾ, ਗੁਰੂ ਪਾਤਸ਼ਾਹ ਦੇ ਬਚਨ ਬੜੇ ਕਮਾਲ ਦੇ ਹਨ, ਜਵਾਬ ਵੀ ਬੜੇ ਕਮਾਲ ਦੇ ਹੈ। ਕਹਿੰਦੇ ਸ਼ਬਦ ਭਾਖਤ ਸਸ ਜੋਤ ਅਪਾਰਾ, ਸ਼ਾਂਤੀ ਪੈਦਾ ਹੁੰਦੀ ਹੈ ਸ਼ਬਦ ਬੋਲਦੇ ਆ, ਸ਼ਬਦ ਉਚਾਰਦੇ ਆ। ਹੁਣ ਕੀ ਕਿ ਅਸੀਂ ਸ਼ਬਦ ਨਹੀਂ ਬੋਲਦੇ ਆ, ਪਰ ਸ਼ਬਦ ਵਿੱਚ ਧਿਆਨ ਨਹੀਂ ਜੁੜਿਆ, ਧਿਆਨ ਨਹੀਂ ਲੱਗਾ। ਬੋਲਣ ਦਾ ਮਤਲਬ ਧਿਆਨ, ਫਿਰ ਹਿਰਦੇ 'ਚ ਵਸਣਾ, ਫਿਰ ਉਹਦੇ ਉੱਤੇ ਪਹਿਰਾ ਦੇਣਾ। ਬੋਲਣ ਦਾ ਕੇਵਲ ਇਹ ਨਹੀਂ ਵੀ ਅਸੀਂ ਇੱਕ ਓਂਕਾਰ ਬੋਲ ਦਿੱਤਾ ਤੇ ਪੂਜਾ ਅਸੀਂ 1000 ਹੋਰ ਬੰਦਿਆਂ ਦੀ ਕਰ ਲਈ। ਨਹੀਂ, ਬੋਲਿਆ ਤਾਂ ਅਸੀਂ ਇੱਕ ਓਂਕਾਰ ਵੀ ਹੈ। ਇੱਕ ਓਂਕਾਰ ਬੋਲ ਕੇ ਵੀ ਸਾਨੂੰ ਇੱਕ ਓਂਕਾਰ ਤੇ ਭਰੋਸਾ ਨਹੀਂ ਬੱਝਿਆ। ਇਹ ਉਚਾਰਨ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਉਹਦਾ ਸ਼ੁੱਧ ਉਚਾਰਨ ਸਿੱਖ ਲਿਆ ਜਾਂ ਅਸੀਂ ਹੋਰ ਚੀਜ਼ਾਂ ਸਿੱਖ ਲਈਆਂ। ਇਸ ਉਚਾਰਨ ਦਾ, ਇਸ ਬੋਲਣ ਦਾ ਭਾਵ ਇਹ ਹੈ ਆਪਣੇ ਆਪ ਨੂੰ ਉਹਦੇ ਵਿੱਚ ਰੰਗ ਲੈਣਾ, ਉਹਦਾ ਪ੍ਰਭਾਵ ਕਬੂਲ ਲੈਣਾ। ਤਾਂ ਇਹ ਉੱਥੇ ਪ੍ਰਭਾਵ ਕਬੂਲਣ ਦੀ ਗੱਲ ਹੈ, ਜਿਹੜੀ ਗੱਲ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਿੱਧਾ ਨੂੰ ਜਵਾਬ ਦਿੰਦੇ ਔਰ ਸਾਨੂੰ ਸਮਝਾਈ ਹੈ ਵੀ ਇਹ ਮਨ ਜੰਗਲ ਵੀ ਆ, ਬਾਣ ਵਿੱਚ ਭਟਕ ਕੇ ਨਹੀਂ ਮਰਦਾ, ਇਹ ਠੰਡਕ ਨਹੀਂ ਪੈਂਦੀ, ਇਹ ਕੋਈ ਹੈ ਢੰਗ ਨਹੀਂ। ਸਿੱਧੋ ਤੁਸੀਂ ਤਾਂ ਜੰਗਲ ਵੀ ਆ, ਬਾਣ 'ਚ ਫਿਰਦੇ ਰਹੇ, ਭਟਕਦੇ ਰਹੇ, ਪਹਾੜਾਂ ਦੀਆਂ ਉਚਾਈਆਂ ਤੇ ਚਲੇ ਗਏ, ਪਰ ਇਹ ਮਨ ਤੁਹਾਡੇ ਵੱਸ 'ਚ ਤਾਂ ਵੀ ਨਹੀਂ ਆਇਆ। ਇਹ ਮਨ ਵੱਸ ਹੋਣਾ ਗੁਰੂ ਦੇ ਸ਼ਬਦ ਦਾ ਵਿਚਾਰ ਕੀਤਿਆਂ, ਗੁਰੂ ਦੇ ਸ਼ਬਦ ਰਸਨਾ ਤੋਂ ਉਚਾਰਿਆ। ਹੋਰ ਅਨੇਕਾਂ ਯਤਨਾਂ ਨਾਲ ਹਿਵੇ ਘਰ ਦੇ ਵਿੱਚ ਸੂਰਜ ਇਕੱਠੇ ਨਹੀਂ ਟਿਕ ਸਕਦਾ, ਗਿਆਨ ਨਹੀਂ ਟਿਕ ਸਕਦਾ। ਹੋਰ ਕੋਈ ਢੰਗ ਨਹੀਂ ਜਦ ਤੱਕ ਸ਼ਬਦ ਦੀ ਵਿਚਾਰ ਨਹੀਂ ਆਉਂਦੀ।
पर जे गुरु पातशाह कहते समर्थ गुरु की किरपा भी हो जाए, गुरु रहमत भी कर दे, बख्शिश भी कर दे, तो ये मन जिहड़ा फिर वस च आ जाता है। तो गुरु जी ने जिहड़ी गल इत्थे समझाई है सानू भी ये शब्द की गल है, ठंडे थार की गल है, शीतलता की गल है, ज्ञान की गल है। भाई गुरदास जी ने एक बड़ा खूबसूरत कवित लिखिया। कवित के बोल भी बड़े कमाल दे हन, ते उहदे अर्थ भाव भी बड़े कमाल दे हन। जदों शब्द की गल कीती है, कहते शब्द के दर्शन कीते हैं, भाव गुरबाणी की सिक्ख्या विच अपनी सुरत जोड़न नाल ज्ञान दृष्टि का प्रकाश हो जाता है। सूरज इत्थे ज्ञान दृष्टि सूरज, इत्थे अगेली पंक्ति जिहड़ी आई है ना, सच घर सूर वसै, सच घर सूर दा मतलब चंद्रमा के घर विच सूरज वस जाए। जिथे ज्ञान सी उत्थे ज्ञान का प्रकाश हो जाए, जिथे ज्ञान नहीं सी, जिथे ज्ञान का जिथे ज्ञान नहीं सी उत्थे ज्ञान का प्रकाश हो जाए। अगे किहड़ी कमाल की गोल है। भाई गुरदास जी कहते, कवित है भाई गुरदास जी का, कहते शब्द विच सुरत जोड़न नाल, शब्द नूं अपने हिरदे विच टकाउण नाल ज्ञान दृष्टि का प्रकाश हुंदा है। ते शब्द अंदर वसण नाल मनुखा देही रब दे नूर नाल नूरों नूर हो जाती है। मनुखा देही रब दे नूर नाल नूरों नूर हो जाती है, इस अवस्था ते पहुंच जाती है। सुरत विच शब्द की लिव जुड़न नाल बज्जर कपाट खुलते हैं, बज्जर कपाट खुल जाते हैं, अज्ञानता का हनेरा दूर हो जाता है। रसना दे प्रेम रस चखन नाल, रसना जबान नाल वाहिगुरू का प्रेम रस चखन नाल अमृत का खजाना प्राप्त हो जाता है। आत्मिक जीवन देने वाला खजाना मिल जाता है जदों रसना चखती है। हुण रसना बोलती नहीं, रसना चखती, उसका स्वाद लेंदी है, कली बोल के नहीं, उसका स्वाद लैके चख लैके फिर पता लगता नाम स्वाद, नाम का स्वाद की है। जदों रसना नाम के स्वाद में जुड़ती है, नाम का स्वाद लेंदी है, तो फिर कहते ने अमृत हीरे जवाहरातां दा वो नाम रत्ना का खजाना इनू मिल जाता है। भाई साहब फिर कहते भी गुरु के उपदेश की वासना नाल, गुरु के उपदेश की वासना नाल, भाव उपदेश परसन नाल नाम की सुंदर सुगंधी अंदर महक उठती है, अंदर खुशबूदार हो जाता है। जिहड़ी गल कहते ना शीतल की ठंडक की, जिहड़ी गल ससकार सूर वसे की गल की, जिहड़ी सस जोत अपारा की गल की, भाई गुरदास उहदी गल ही समझाउंदे आ। कहते हैं गुरु के उपदेश की वासना परसन नाल नाम की सुंदर सुगंधी महक उठती है। वाह कमाल दे बोल हन भाई साहब जी दे। कहते ते हत्थां नाल गुरु की सेवा करन नाल ते हथ गुरु दे अगे जोड़न नाल, देखो हत्थां नाल गुरु की सेवा करन नाल ते हथ दी बंधना विच जुड़न नाल, अरदास विच जुड़न नाल आत्म ज्ञान की प्राप्ति हो जाती है। आत्म ज्ञान जिहड़ा बाहरला ज्ञान नहीं, संसार का ज्ञान नहीं, निरंकार के घर का ज्ञान प्राप्त होंदा जदों हथ उपासना विच जुड़ते हैं ते हथ उहदी प्रार्थना विच जुड़ते हैं। दो चीज़ां हो गईयां, एक उपासना है, एक प्रार्थना है। गुरु के सिख लई उपासना भी जरूरी है, प्रार्थना भी उन्नी ही जरूरी है परमेश्वर के अगे, क्योंकि अपनी हंकार दे नाल, अपने जतना नाल इंसान कुछ भी प्राप्त नहीं कर सकता। जद तक उपासना दे नाल ये प्रार्थना नहीं करता, यदि उपासना भी अधूरी रह जाती है। ख्याल करना, प्रार्थना बड़ी जरूरी है, मालिक दे दर ते बेनती बहुत जरूरी है। वे सच्चे पातशाह जी जे ये किसी बेनती नहीं करते तो जीव हंकारी हो जाता है, अंदर मान आ जाता है, अंदर हौमे की कंध खड़ी हो जाती है। उपासना कर बंदियां नाल, उपासना दे नाल प्रार्थना भी कर, मालिक को बख्शिश की आस रख, उहदे अगे बख्शिश लई बेनती अरजोई कर, दोए हथ जोड़ करूं अरदास की गल जिहड़ी कही इहो ही है, हे मालिक तेरी रजा तो बिना तो मैं तेरा नाम भी नहीं जप सकता, तेरी उपासना भी नहीं हो सकती।
ਤੇਰਾ ਹੁਕਮ ਹੋਵੇ ਤਾਂ ਉਪਾਸ਼ਨਾ ਵਿੱਚ ਜੁੜਦਾ। ਰਹਿਮਤ ਕਰੀ ਆਪਣੀ ਉਪਾਸ਼ਨਾ ਦੀ ਦਾਤ ਹਮੇਸ਼ਾ ਵਾਸਤੇ ਮੇਰੀ ਝੋਲੀ ਵਿੱਚ ਪਾਈ ਰੱਖੀ। ਇਹ ਉਪਾਸ਼ਨਾ ਦੇ ਨਾਲ ਪ੍ਰਾਰਥਨਾ ਬੜੀ ਜ਼ਰੂਰੀ ਹੈ। ਭਾਈ ਸਾਹਿਬ ਜੀ ਕਹਿੰਦੇ ਵੀ ਜਦੋਂ ਇਹ ਹੱਥ ਜਿਹੜੇ ਨੇ ਉਪਾਸ਼ਨਾ ਵੱਲ ਜੁੜਦੇ ਨੇ, ਹੱਥ ਜਿਹੜੇ ਪ੍ਰਾਰਥਨਾ ਵੱਲ ਜੁੜਦੇ ਆ, ਤਾਂ ਫਿਰ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਆਤਮ ਗਿਆਨ, ਨਿਰੰਕਾਰ ਦੇ ਘਰ ਦਾ ਗਿਆਨ ਮਿਲਦਾ ਹੈ। ਕਹਿੰਦੇ ਜਦੋਂ ਸ਼ਬਦ ਵਿੱਚ ਮਨੁੱਖ ਰਤਿਆ ਜਾਵੇ, ਰੰਗਿਆ ਜਾਵੇ, ਸ਼ਬਦ ਭਾਖਤ, ਜਦੋਂ ਸ਼ਬਦ ਵਿੱਚ ਮਨੁੱਖ ਰਤਿਆ ਜਾਵੇ, ਰੰਗਿਆ ਜਾਵੇ, ਤਾਂ ਫਿਰ ਕਹਿੰਦੇ ਇਹਦਾ ਅੰਗ 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 ਅਲੌਕਿਕ ਸ਼ੋਭਾ ਵਾਲਾ ਬਣ ਜਾਂਦਾ ਹੈ, ਜਿਹੜੀ ਸ਼ੋਭਾ ਦੱਸਣਾ ਬਿਆਨ ਨਹੀਂ ਕਰ ਸਕਦੀ। ਬਾਣੀ ਵਿੱਚ ਰਤੇ ਹੋਏ ਮਨੁੱਖ ਦਾ ਅੰਗ ਅੰਗ ਹੀ ਅਲੌਕਿਕ ਸ਼ੋਭਾ ਵਾਲਾ ਬਣ ਜਾਂਦਾ ਹੈ, ਔਰ ਸਰਵ ਵਿਆਪੀ ਪ੍ਰਭੂ ਨਾਲ ਉਹਦੀ ਅਭੇਦਤਾ ਬਣ ਜਾਂਦੀ ਹੈ। ਨਜ਼ਰ ਆ ਗਿਆ ਪਰਮੇਸ਼ਰ ਸਰਵ ਵਿਆਪਕ ਹੈ। ਮਨ ਦੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਹਨ ਔਰ ਸੁਰਤ ਪ੍ਰਭੂ ਦੇ ਧਿਆਨ ਵਿੱਚ ਜੁੜ ਜਾਂਦੀ ਹੈ। ਭਾਈ ਗੁਰਦਾਸ ਜੀ ਦਾ ਇੱਕ ਕਵਿਤ ਬੜਾ ਕਮਾਲ ਦਾ ਹੈ। ਭਾਈ ਸਾਹਿਬ ਕਹਿੰਦੇ ਦਰਸ਼ ਧਿਆਨ ਦਿਵ ਦ੍ਰਿਸ਼ਟ ਪ੍ਰਗਾਸ ਭਈ। ਵੀ ਸਤਿਗੁਰ ਦੇ ਦਰਸ਼ਨਾਂ ਦੀ ਸਿੱਖਿਆ ਦੇ ਵਿੱਚ ਸੁਰਤ ਜੋੜਨ ਨਾਲ ਦਿਵ ਦ੍ਰਿਸ਼ਟ ਗਿਆਨ ਦੀ ਦ੍ਰਿਸ਼ਟੀ ਦਾ ਪ੍ਰਗਾਸ਼ ਹੋ ਗਿਆ। ਕਰਨਾ ਕਟਾਸ਼ ਦਿਵ ਦੇ ਪ੍ਰਵਾਨ ਹੈ। ਸ਼ਬਦ ਅੰਦਰ ਵਸਣ ਨਾਲ ਮਨੁੱਖਾ ਦੇ ਹੀ ਅੰਦਰ ਪ੍ਰਗਾਸ਼ ਨੂਰੋ ਨੂਰ ਹੋ ਗਈ। ਮਨੁੱਖਾ ਦੇ ਹੀ ਅੰਦਰੋਂ ਨੂਰੋ ਨੂਰ ਹੋ ਗਈ। ਸ਼ਬਦ ਸੁਰਤ ਲਿਵ ਬੱਜਰ ਕਪਾਟ ਖੁੱਲੇ। ਪ੍ਰੇਮ ਰਸ ਰਸਨ ਕੈ ਅੰਮ੍ਰਿਤ ਨਿਧਾਨ ਹੈ। ਸ਼ਬਦ ਸੁਰਤ ਲਿਵ ਬੱਜਰ ਕਪਾਟ ਖੁੱਲੇ। ਬੱਜਰ ਕਰੜੇ ਜਿਹੜੇ ਦਰਵਾਜ਼ੇ ਬੰਦ ਸੀ, ਇਹ ਕਰੜੇ ਦਰਵਾਜ਼ੇ ਵੀ ਖੁੱਲ ਗਏ। ਜਿਹਨੂੰ ਅਸੀਂ ਦਸਮ ਦੁਆਰ ਦੀ ਗੱਲ ਕਰਦੇ ਆ ਨਾ, ਸ਼ਬਦ ਸੁਰਤ ਦਾ ਮੇਲ ਹੈ, ਇਹ ਕਿਸੇ ਹੋਰ ਢੰਗ ਨਾਲ ਨਹੀਂ ਹੁੰਦਾ। ਜਿਹੜੇ ਭਾਈ ਸਾਹਿਬ ਜੀ ਨੇ ਗੱਲ ਸਮਝਾਈ, ਕਹਿੰਦੇ ਸੁਰਤ ਵਿੱਚ ਸ਼ਬਦ ਦੀ ਲਿਵ ਜੁੜਨ ਨਾਲ ਬੱਜਰ ਕਪਾਟ ਖੁੱਲਦੇ ਹਨ। ਸ਼ਬਦ ਸੁਰਤ ਲਿਵ ਬੱਜਰ ਕਪਾਟ ਖੁੱਲੇ। ਪ੍ਰੇਮ ਰਸ ਰਸਨ ਕੈ ਅੰਮ੍ਰਿਤ ਨਿਧਾਨ ਹੈ। ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਜਦੋਂ ਕਪਾਟ ਖੁੱਲਦਾ ਹੈ, ਤੇ ਫਿਰ ਰਸਨਾ ਦੇ ਪ੍ਰੇਮ ਰਸ ਚੱਖਣ ਨਾਲ ਕੀ ਹੋ ਜਾਂਦਾ? ਅੰਮ੍ਰਿਤ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਚਰਨ ਕਮਲ ਮਕਰੰਦ ਬਾਸ਼ਨਾ ਸੁਬਾਸ। ਕਿਆ ਕਮਾਲ ਦੇ ਬੋਲ ਭਾਈ ਸਾਹਿਬ ਲਿਖਦੇ ਹਨ। ਕਹਿੰਦੇ ਗੁਰੂ ਦੇ ਉਪਦੇਸ਼ਾਂ ਦੀ ਬਾਸ਼ਨਾ ਪਰਸਨ ਨਾਲ, ਚਰਨ ਕਮਲ ਪਰਸਨ ਨਾਲ। ਹਸਤ ਪੂਜਾ ਪ੍ਰਣਾਮ ਸਫਲ ਸੁ ਗਿਆਨ ਹੈ। ਹੱਥ ਜਿਹੜੇ ਉਹਦੀ ਪੂਜਾ ਦੇ ਵਿੱਚ ਔਰ ਪ੍ਰਣਾਮ ਉਹਦੀ ਬੰਦਗੀ ਵਿੱਚ, ਅਰਦਾਸ ਵਿੱਚ ਲੱਗ ਜਾਣ। ਉਪਾਸ਼ਨਾ ਤੇ ਪ੍ਰਾਰਥਨਾ ਦੀ ਗੱਲ ਕੀਤੀ। ਅੰਗ ਅੰਗ ਬਿਸਮ ਸਰਬੰਗ ਮੈਂ ਸਮਾਏ ਭਏ। ਮਨ ਮਨਸਾ ਤਖਤ ਬ੍ਰਹਮ ਧਿਆਨ ਹੈ। ਕਹਿੰਦੇ ਮਨ ਦੀਆਂ ਸਾਰੀਆਂ ਵਾਸ਼ਨਾ ਮੁੱਕ ਗਈਆਂ ਔਰ ਧਿਆਨ ਸਰਬ ਵਿਆਪਕ ਪ੍ਰਭੂ ਵਿੱਚ ਜੁੜ ਗਿਆ। ਕਦੋਂ? ਸ਼ਬਦ ਦੇ ਨਾਲ। ਜਦੋਂ ਸ਼ਬਦ ਨਾਲ ਪ੍ਰੀਤ ਬਣ ਗਈ। ਗੁਰੂ ਨਾਨਕ ਸਾਹਿਬ ਵੀ ਤਾਂ ਗੱਲ ਕਹਿੰਦੇ, ਉਹ ਸਿੱਧੋ ਭਟਕਦੇ ਫਿਰਦੇ ਹੋ, ਦੌੜਦੇ ਫਿਰਦੇ ਹੋ, ਮਨ ਨੂੰ ਮਾਰਨ ਦੀਆਂ ਗੱਲਾਂ ਕਰਦੇ ਹੋ, ਮਨ ਸਮਝਾਉਣ ਦੀਆਂ ਗੱਲਾਂ ਕਰਦੇ ਹੋ। ਤੁਹਾਨੂੰ ਨਹੀਂ ਪਤਾ ਮਨ ਇਸ ਢੰਗ ਨਾਲ ਨਹੀਂ ਕਾਬੂ ਚ ਆਉਂਦਾ। ਮਨ ਗੁਰੂ ਦੇ ਸ਼ਬਦ ਨਾਲ ਕਾਬੂ ਚ ਆਉਂਦਾ ਹੈ। ਦੀ ਠੰਡਕ ਜਿਹੜੀ ਹੈ ਗੁਰੂ ਦੇ ਸ਼ਬਦ ਨਾਲ ਪੈਣੀ ਹੈ। ਬਾਹਰ ਭਟਕਦਾ ਹੋਇਆ ਮਨ ਗੁਰੂ ਦੇ ਸ਼ਬਦ ਦੇ ਅੰਕਸ਼ ਨਾਲ ਕਾਬੂ ਵਿੱਚ ਆ ਜਾਂਦਾ ਹੈ। ਜਿਹੜਾ ਹਿੱਚੇ ਤੋਂ ਪ੍ਰੇਮ ਕੇ ਚਾਬਕ ਮਾਰੂ ਹੈ, ਮਨ ਅਟਕ ਜਾਏ ਤੇ ਸ਼ਬਦ ਦੇ ਪ੍ਰੇਮ ਦਾ ਚਾਬਕ ਮਾਰ ਇਹਦੇ ਤੇ। ਚੱਲ ਮਨ ਤੈਨੂੰ ਬੇਕੁੰਠ ਦੀਆਂ ਉਡਾਰੀਆਂ ਲਵਾ ਕੇ ਲਿਆਵਾਂ, ਗੁਰੂ ਮਹਾਰਾਜ ਕਹਿੰਦੇ, ਪਰ ਜੇ ਤੂੰ ਅੜ ਗਿਆ ਤਾਂ ਤੈਨੂੰ ਪ੍ਰੇਮ ਦੇ ਚਾਬਕਾਂ ਨਾਲ ਸਿੱਧੇ ਰਾਹ ਵੀ ਤੋਰ ਲੈਣਾ ਹੈ। ਗੱਲ ਤਾਂ ਪ੍ਰੇਮ ਦੇ ਚਾਬਕ ਦੀ ਸੀ ਨਾ, ਉਹ ਸ਼ਬਦ ਦਾ ਚਾਬਕ ਹੈ। ਜਦੋਂ ਮਨ ਅੜਦਾ, ਹੁਜਤਾਂ ਕਰਦਾ ਨਾ, ਫਿਰ ਇਹ ਗੱਲ ਜਿਹੜੀ ਬਣਦੀ ਸ਼ਬਦ ਦੇ ਨਾਲ। ਹੁਣ ਸਿੱਧਾ ਨੂੰ ਗੁਰੂ ਸਾਹਿਬ ਜਵਾਬ ਦਿੰਦੇ, ਕਹਿੰਦੇ ਸ਼ਬਦ ਭਾਖਤ ਸਸ ਜੋਤ ਅਪਾਰਾ। ਜਦੋਂ ਸ਼ਬਦ ਦੇ ਨਾਲ ਉਹਦੇ ਨਾਲ ਪ੍ਰੇਮ ਬਣ ਗਿਆ, ਪਰਮੇਸ਼ਰ ਦੇ ਨਾਲ ਸਾਂਝ ਬਣ ਗਈ, ਪਰਮੇਸ਼ਰ ਨਾਲ ਨੇੜਤਾ ਬਣ ਗਈ,
ਅੰਦਰ ਠੰਡ ਪੈ ਗਈ। ਗੁਰੂ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਇੱਕ ਬਚਨ ਲਿਖਿਆ ਗੁਰੂ ਰਾਮਦਾਸ ਮਹਾਰਾਜ ਨੇ। ਕਹਿੰਦੇ ਜਦੋਂ ਮਿਲਾਪ ਹੋ ਗਿਆ ਗੁਰੂ ਦੀ ਰਾਹੀਂ, ਗੁਰੂ ਦੇ ਬਖਸ਼ੇ ਦੇ ਗਿਆਨ ਦੀ ਰਾਹੀਂ, ਅੰਦਰ ਤੇਜ ਪਰਮੇਸ਼ਰ ਦਾ ਤੇਜ ਪ੍ਰਤਾਪ ਜਗਮਗ ਉੱਠਦਾ ਹੈ। ਬੇਸਮਝੀ ਭਾਵ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਬੇਸਮਝੀ ਦੂਰ ਹੋ ਜਾਂਦੀ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਰੋਸ਼ਨੀ ਜਿਹੜੀ ਹੈ ਗਿਆਨ ਦੀ ਰੋਸ਼ਨੀ ਹੈ ਨਾ, ਗੁਰੂ ਬਖਸ਼ੇ ਗਿਆਨ ਨਾਲ ਹਿਵੇ ਘਰ ਵਿੱਚ ਚਮਕ ਆ ਜਾਂਦੀ ਹੈ ਔਰ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਉਸ ਚਾਨਣ ਦੀ ਬਰਕਤ ਨਾਲ ਦੂਰ ਹੋ ਜਾਂਦਾ ਹੈ। ਮਾਇਆ ਦੇ ਮੋਹ ਦਾ ਘੁੱਪ ਹਨੇਰਾ ਉਸ ਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਦੂਰ ਹੋ ਜਾਂਦਾ ਹੈ। ਗਿਆਨ ਦੀ ਰੋਸ਼ਨੀ ਵਿੱਚ ਜਿਵੇਂ ਜਿਵੇਂ ਗਿਆਨ ਬਣਦਾ ਹੈ, ਪ੍ਰਮਾਤਮਾ ਦੇ ਨਾਮ ਰੂਪੀ ਰਤਨ ਲੱਭਦੇ ਹਨ। ਰੋਸ਼ਨੀ 'ਚ ਲੱਭਣੇ ਨਾ, ਪਹਿਲਾਂ ਤਾਂ ਹਨੇਰਾ ਸੀ, ਹਨੇਰੇ ਵਿੱਚ ਤਾਂ ਕੁਝ ਵੀ ਨਹੀਂ ਸੀ ਲੱਭਣਾ। ਗਿਆਨ ਦਾ ਪ੍ਰਕਾਸ਼ ਹੋਇਆ, ਸੂਰਜ ਚਮਕਿਆ, ਗਿਆਨ ਅੰਦਰ ਪ੍ਰਗਟ ਹੋ ਗਿਆ, ਨਾਮ ਰੂਪੀ ਰਤਨ ਲੱਭ ਪੈਂਦਾ। ਜਿਵੇਂ ਜਿਵੇਂ ਇਹ ਗਿਆਨ ਆਪਣੀ ਚਮਕ ਮਾਰਦਾ ਹੈ, ਇਹ ਰਤਨ ਚਮਕਦੇ ਹਨ, ਅੰਦਰੋਂ ਹਉਮੈ ਦੀਆਂ ਪੀਂਡੀਆਂ ਗੰਢਾਂ ਵੀ ਖੁੱਲ ਜਾਂਦੀਆਂ ਹਨ। ਜਿਹੜੀਆਂ ਵੱਜੀਆਂ ਹੋਈਆਂ ਹਉਮੈ ਦੀਆਂ ਸਖਤ ਗੰਢਾਂ ਸੀ ਨਾ, ਪੀਂਡੀਆਂ ਗੰਢਾਂ, ਇਹ ਵੀ ਗੁਰੂ ਦੇ ਗਿਆਨ ਨਾਲ ਦੂਰ ਹੁੰਦੀਆਂ ਜਾਂਦੀਆਂ ਨੇ। ਦੁੱਖ ਮੁੱਕ ਜਾਂਦਾ ਹੈ ਗੁਰੂ ਗਿਆਨ ਸਦਕਾ। ਆਪਾ ਭਾਵ ਮੈਂ ਹੋ ਵੀ ਖਤਮ ਹੋ ਜਾਂਦੀ ਹੈ। ਗੁਰੂ ਰਾਮਦਾਸ ਮਹਾਰਾਜ ਦਾ ਜਿਹੜਾ ਬਚਨ ਹੈ, ਜਿਹਨੂੰ ਅਸੀਂ ਆਨੰਦ ਕਾਰਜ ਨਾਲ ਜੋੜ ਦਿੱਤਾ, ਵਿਆਹ ਹੋਆ ਮੇਰੇ ਬਾਵਲਾ ਗੁਰਮੁਖੇ ਹਰ ਪਾਇਆ, ਉਹਦਾ ਸੰਬੰਧ ਤਾਂ ਹੈ ਨਹੀਂ ਸੀ ਉਹਦੇ ਨਾਲ। ਨਾ ਹੀ ਕਿਤੇ ਰਹਿਤ ਮਰਿਆਦਾ ਵਿੱਚ ਪੜ੍ਹਨ ਦੀ ਸਾਨੂੰ ਤਕੀਦ ਕੀਤੀ ਗਈ, ਨਾ ਇੱਕ ਹੁਕਮ ਲੱਗਾ, ਨਾ ਪੰਥ ਦੀ ਮਰਿਆਦਾ ਵਿੱਚ ਸੀ। ਇੱਥੇ ਤਾਂ ਆਤਮਿਕ ਜੀਵਨ ਦੇ ਹੁਲਾਰੇ ਹਨ ਜਿਹੜੇ ਗੁਰੂ ਰਾਮਦਾਸ ਮਹਾਰਾਜ ਨੇ ਦੱਸੇ। ਕਹਿੰਦੇ ਵਿਆਹ ਹੋਆ ਮੇਰੇ ਬਾਵਲਾ ਗੁਰਮੁਖੇ ਹਰ ਪਾਇਆ, ਗੁਰੂ ਕੋਲੋਂ ਸ਼ਬਦ ਦੇ ਰਾਹੀਂ ਮੈਂ ਹਰ ਪਾ ਲਿਆ, ਮੇਰਾ ਉਹਦੇ ਨਾਲ ਮਿਲਾਪ ਹੋ ਗਿਆ। ਵਿਆਹ ਦਾ ਅਰਥ ਮਿਲਾਪ, ਮਿਲਾਪ ਹੋ ਗਿਆ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਤੇਜ ਪ੍ਰਤਾਪ ਗੁਰੂ ਦੇ ਗਿਆਨ ਦਾ ਬਲ ਗਿਆ। ਬਲਿਆ ਗੁਰ ਗਿਆਨ ਅੰਧੇਰਾ ਬਿੰਡਸਿਆ, ਹਰ ਰਤਨ ਪਦਾਰਥ ਲਾਧਾ, ਨਾਮ ਦਾ ਰਤਨ ਮਿਲਿਆ ਨਾ। ਹੋਇਆ ਕਿ ਹਉਮੈ ਰੋਗ ਗਿਆ ਦੁੱਖ ਲਾਥਾ, ਆਪ ਆਪੇ ਗੁਰਮਤਿ ਖਾਧਾ। ਉਸ ਬਖਸ਼ੇ ਹੋਏ ਗਿਆਨ ਨਾਲ ਹੀ ਅੰਦਰਲੀ ਅਗਿਆਨਤਾ ਖਾਧੀ ਗਈ। ਉਹਦੇ ਬਖਸ਼ੇ ਹੋਏ ਗਿਆਨ ਨਾਲ ਆਪ ਆਪੇ, ਉਹਦੇ ਬਖਸ਼ੇ ਹੋਏ ਗਿਆਨ ਦੇ ਨਾਲ ਹੀ ਅੰਦਰ ਦੀ ਅਗਿਆਨਤਾ ਖਾਧੀ ਗਈ। ਗੱਲ ਬੜੀ ਸਪਸ਼ਟ ਹੈ, ਬੜਾ ਸਾਫ਼ ਸੁਥਰੀ ਗੱਲ ਹੈ, ਕੋਈ ਇਹਦੇ ਚ ਕੋਈ ਦੁਬਦਾ ਜਾਂ ਹੋਰ ਦੁਚਿੱਤੀ ਨਹੀਂ ਹੋਣੀ ਚਾਹੀਦੀ। ਸੂਰਜ ਤੋਂ ਬਿਨਾਂ ਰੋਸ਼ਨੀ ਨਹੀਂ ਹੈ, ਗਿਆਨ ਤੋਂ ਬਿਨਾਂ ਅੰਦਰ ਚਾਨਣ ਨਹੀਂ ਹੁੰਦਾ, ਗਿਆਨ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਔਰ ਗਿਆਨ ਦੀ ਰੋਸ਼ਨੀ ਜਿਹੜੀ ਗਿਆਨਤਾ ਦੇ ਹਨੇਰੇ ਨੂੰ ਖਾ ਜਾਂਦੀ ਹੈ। ਗੁਰੂ ਗਿਆਨ ਦਾ ਸੋਮਾ ਹੈ, ਗੁਰੂ ਗਿਆਨ ਬਖਸ਼ਦਾ। ਸੂਰਜ ਗੁਰੂ ਹੈ ਤੇ ਗੁਰੂ ਦਾ ਗਿਆਨ ਸਾਡੇ ਅੰਦਰਲੇ ਹਿਰਦੇ ਘਰ ਵਿੱਚ ਜਦੋਂ ਵਸਦਾ ਤੇ ਅੰਦਰ ਫਿਰ ਠੰਡਕ ਹੀ ਠੰਡਕ ਪਾ ਦਿੰਦਾ ਹੈ। ਮਨ ਆਪਣੀ ਹੋਂਦ ਮਿਟਾ ਕੇ ਆਤਮਾ ਵੱਲ ਆਪਣਾ ਰੁਖ ਕਰਦਾ, ਜੋ ਹੈ ਹੀ ਠੰਡੀ, ਉਹ ਗਿਆਨ ਦੇ ਨਾਲ। ਪਰ ਗਿਆਨ ਤੋਂ ਬਿਨਾ ਮਨ ਹਉਮੈ ਨਹੀਂ ਛੱਡਦਾ, ਗਿਆਨ ਤੋਂ ਬਿਨਾ ਮਨ ਹੰਕਾਰ ਨਹੀਂ ਛੱਡਦਾ, ਗਿਆਨ ਤੋਂ ਬਿਨਾ ਹਉਮੈ ਦੀਆਂ ਕੰਧਾਂ ਨਹੀਂ ਟੁੱਟਦੀਆਂ, ਗਿਆਨ ਤੋਂ ਬਿਨਾ, ਗੁਰੂ ਦੇ ਬਖਸ਼ੇ ਹੋਏ ਗਿਆਨ ਤੋਂ ਬਿਨਾ ਮਨੁੱਖ ਦਾ ਹਨੇਰੇ ਵਿੱਚ ਭਟਕਣਾ ਵੀ ਨਹੀਂ ਮੁੱਕਦਾ। ਅਗਿਆਨਤਾ ਦਾ ਹਨੇਰੇ 'ਚ ਭਟਕਣਾ ਵੀ ਖਤਮ ਨਹੀਂ ਹੁੰਦਾ। ਸਿੱਧੋ ਤੁਸੀਂ ਕਿੱਥੇ ਭਟਕ ਰਹੇ ਹੋ? ਤੁਸੀਂ ਕਿਹੜੇ ਭੁਲੇਖਿਆਂ ਵਿੱਚ ਫਸੇ ਹੋਏ ਹੋ? ਤੁਸੀਂ ਸੋਚਦੇ ਹੋ ਵੀ ਅਸੀਂ ਸੰਸਾਰ ਨੂੰ ਆਪਣਾ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਦਿਖਾ ਕੇ ਰੱਬ ਦੀ ਗੱਲਾਂ ਕਰ ਲਵਾਂਗੇ? ਨਹੀਂ ਨਹੀਂ ਨਹੀਂ, ਇਹ ਕੋਈ ਢੰਗ ਨਹੀਂ, ਕੋਈ ਤਰੀਕਾ ਨਹੀਂ। ਇਹ ਤਾਂ ਜਦੋਂ ਗਿਆਨ ਦੇ ਸੱਸ ਘਰ ਸੂਰ ਵਸੇ ਹੋਣਾ ਤਾਂ ਫਿਰ ਅੰਧਿਆਰਾ ਮਿਟਣਾ। ਚੰਦਰਮਾ ਦੇ ਘਰ ਵਿੱਚ ਵਾਸਾ ਕਿਹਦਾ ਹੋ ਗਿਆ? ਸੂਰਜ ਦਾ। ਲਓ ਜੀ, ਹੁਣ ਜਦੋਂ ਗਿਆਨ ਆ ਗਿਆ, ਗਿਆਨ ਦਾ ਸੇਕ ਹੈ, ਰੋਸ਼ਨੀ ਹੈ, ਸੇਕ ਹੈ, ਸੂਰਜ ਗਰਮ ਹੈ। ਕੱਲਾ ਗਿਆਨ ਤਾਂ ਹੰਕਾਰ ਨੂੰ ਜਨਮ ਦੇ ਦਿੰਦਾ।
ਬੰਦਾ ਹੰਕਾਰੀ ਹੋ ਜਾਂਦਾ ਗਿਆਨਵਾਨ ਜਿਹੜਾ ਹੁੰਦਾ ਹੈ। ਕੋਈ ਕਰ ਲਵੇ ਜੋ ਸੰਸਾਰ ਵਿੱਚ ਵੀ ਦੇਖ ਲਓ, ਮੈਂ ਕੀਤਾ, ਮੇਰੇ ਤਾਂ। ਪਰ ਜਿਹੜਾ ਕਿੱਥੇ ਗੱਲ ਭਗਤ ਕਬੀਰ ਜੀ ਨੇ ਇੱਕ ਸ਼ਬਦ ਲਿਖਿਆ ਨਾ ਗੌੜੀ ਰਾਗ ਦਾ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਉੱਥੇ ਅਖੀਰ ਤੇ ਜਾ ਕੇ ਕਹਿੰਦੇ ਇਹ ਆਂਦੀ ਹਨੇਰੀ ਆਈ, ਠੀਕ ਹੈ ਇਹਨੇ ਭਟਕਣਾ ਦੂਰ ਕਰਤੀ, ਪਰ ਖਿਆਲ ਕਰਿਓ ਆਂਦੀ ਪਾਛੇ ਜੋ ਜਲ ਵਰਸੇ ਤੋਂ ਤੇਰਾ ਜਲ ਜਨ ਪੀਂਦਾ। ਜੇ ਕਿਤੇ ਮੀਂਹ ਪੈ ਜਾਏ ਨਾ, ਮਿੱਠੀ ਮਿਠਾਸ ਠੰਡਕ ਹਨੇਰੀ ਦੇ ਨਾਲ ਗਿਆਨ ਦੇ, ਕਈ ਵਾਰ ਤਾਂ ਹਨੇਰੀ ਬੰਦੇ ਨੂੰ ਭੂਤਨਾ ਬਣਾ ਦਿੰਦੀ ਹੈ, ਬੰਦੇ ਦਾ ਸਿਰ ਮੂੰਹ ਸਭ ਭਰ ਜਾਂਦਾ ਮਿੱਟੀ ਦੇ ਨਾਲ। ਅਸੀਂ ਕਹਿੰਦੇ ਕਿਹੜਾ ਭੂਤਨਾ ਬਣ ਗਏ ਆ। ਗਿਆਨ ਦੀ ਹਨੇਰੀ ਵੀ ਬੰਦਿਆਂ ਨੂੰ ਭੂਤਨੇ ਬਣਾ ਦਿੰਦੀ ਹੈ, ਜੇ ਅੰਦਰ ਠੰਡਕ ਵਾਲੀ ਗੱਲ ਨਾ ਹੋਵੇ ਤਾਂ। ਖਿਆਲ ਕਰਿਓ ਗਿਆਨ ਜ਼ਰੂਰੀ ਹੈ, ਪਰ ਕੱਲਾ ਗਿਆਨ ਕੱਲਾ ਬਾਹਰ ਦਾ ਗਿਆਨ ਅੰਤਰਮੁਖੀ ਸ਼ਾਂਤੀ ਨਹੀਂ ਦੇ ਸਕਦਾ। ਉਹ ਤਾਂ ਗੁਰੂ ਦੇ ਸ਼ਬਦ ਦਾ ਅੰਦਰ ਟਿਕ ਜਾਣਾ ਹੀ ਜ਼ਰੂਰੀ ਹੈ। ਪਰ ਉਹ ਜਿਹੜਾ ਆਂਦੀ ਪਾਛੇ ਜੋ ਜਲ ਵਰਸੇ, ਉਹ ਸਾਨੂੰ ਸਮਝ ਨਹੀਂ ਆਇਆ। ਉਹ ਹੈ ਠੰਡਕ, ਗਿਆਨ ਨੇ ਦੇਣੀ ਸੀ ਠੰਡਕ, ਪਰ ਸਾਡੇ ਗਿਆਨ ਨੇ ਤਾਂ ਅੰਦਰ ਸੂਰਜ ਬਾਲ ਦਿੱਤਾ। ਪਰ ਹੋਣਾ ਤਾਂ ਸੀ ਜੇ ਸੂਰਜ ਚੰਦਰਮਾ ਦੇ ਘਰ ਪਾਓ, ਠੰਡਕ ਦੇ ਘਰ ਵਿੱਚ ਜਾ ਕੇ ਟਿਕਦਾ। ਗਿਆਨ ਤਾਂ ਉਹਦਾ ਮੇਲ ਹੁੰਦਾ, ਨਹੀਂ ਤਾਂ ਗਿਆਨ ਸਾੜ ਦੇਵੇਗਾ। ਇੱਕ ਠੰਡਾ ਹੈ, ਇੱਕ ਗਰਮ ਹੈ। ਜਦੋਂ ਠੰਡਾ ਤੇ ਗਰਮ ਆਪੋ ਵਿੱਚ ਮਿਲ ਜਾਂਦੇ ਹਨ, ਉਹਦੀ ਤਪਸ਼ ਮੁੱਕ ਜਾਂਦੀ ਹੈ। ਉਹ ਗਿਆਨ ਦਾ ਹੰਕਾਰ ਖਤਮ ਹੋ ਜਾਂਦਾ। ਫਿਰ ਗਿਆਨ ਦੀ ਹਉਮੈ ਨਹੀਂ ਰਹਿੰਦੀ। ਫਿਰ ਇਹ ਨਹੀਂ ਮੈਂ ਹੀ ਹਾਂ, ਮੈਂ ਹੀ ਕਰਦਾ, ਮੈਨੂੰ ਹੀ ਆਉਂਦਾ, ਮੈਨੂੰ ਹੀ ਪਤਾ। ਇਹ ਜਿਹੜੀ ਹੋ ਮੈਂ ਵਿੱਚੋਂ ਖੋਵੇ, ਇਹ ਉਹੀ ਹੈ ਨਾ। ਗਿਆਨ ਦਾ ਹੰਕਾਰ ਬਹੁਤ ਮਾੜਾ ਹੈ, ਔਰ ਬੰਦੇ ਨੂੰ ਰੱਬ ਦੇ ਨੇੜੇ ਵੀ ਨਹੀਂ ਜਾਣ ਦਿੰਦਾ। ਪਰ ਜਿਵੇਂ ਸ਼ਬਦ ਦਾ ਬਾਸ਼ਾ ਹੋ ਜਾਏ, ਅੰਦਰ ਠੰਡਾ ਹੈ, ਇਸ ਠੰਡੇ ਨਾਲ ਜੁੜ ਕੇ ਅੰਦਰ ਦੀ ਠੰਡ ਇਹਨੂੰ ਮਿਲ ਜਾਂਦੀ ਹੈ। ਗਿਆਨ ਦਾ ਸੂਰਜ ਤੇ ਚੰਦਰਮਾ ਹੁਣ ਇਕੱਠੇ ਹੋ ਗਏ। ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਸਮਝਾਉਂਦੇ, ਕਹਿੰਦੇ ਸ਼ਬਦ ਉਚਾਰਦਿਆਂ ਹੀ ਹਿਰਦੇ ਵਿੱਚ ਚੰਦਰਮਾ ਦੀ ਅਪਾਰ ਜੋਤ ਪ੍ਰਗਟ ਹੁੰਦੀ ਹੈ। ਭਾਵ ਹਿਰਦੇ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਤੇ ਚੰਦਰਮਾ ਦੇ ਘਰ ਵਿੱਚ ਸੂਰਜ ਆ ਵਸਦਾ ਹੈ। ਭਾਵ ਸ਼ਾਂਤ ਹਿਰਦੇ ਵਿੱਚ ਗਿਆਨ ਦਾ ਸੂਰਜ ਜਦੋਂ ਚੜ੍ਹ ਪੈਂਦਾ ਹੈ, ਤਦੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਸੱਚ ਘਰ ਸੂਰ ਬਸੈ, ਮਿਟੈ ਅੰਧਿਆਰਾ। ਸ਼ਬਦ ਹੀ ਹੈ ਜਿਹਦੀ ਕਿਰਪਾ ਦੇ ਨਾਲ ਇਹ ਹੋ ਸਕਦਾ। ਬਿਨਾਂ ਸ਼ਬਦ ਤੋਂ ਕੁਝ ਨਹੀਂ ਬਣਨਾ, ਔਰ ਬਿਨਾਂ ਸ਼ਬਦ ਤੋਂ ਕੋਈ ਗੱਲ ਵੀ ਨਹੀਂ ਬਣਨੀ। ਦੇਖੋ ਸ਼ਬਦ ਤਾਂ ਪਹਿਚਾਨ ਦਾ ਨਾਂ ਨਾ, ਗਿਆਨ ਤਾਂ ਪਹਿਚਾਨ ਦਾ ਹੀ ਨਾਂ ਨਾ। ਬਿਨਾਂ ਪਹਿਚਾਨ ਤੋਂ ਤਾਂ ਅਸੀਂ ਆਪਣੇ ਕੱਪੜੇ ਨੂੰ ਨਹੀਂ ਪਛਾਣ ਸਕਦੇ। ਜੇ ਸਾਨੂੰ ਗਿਆਨ ਨਾ ਹੋਵੇ, ਉਹਦੇ ਬਾਰੇ ਪਛਾਣ ਨਾ ਹੋਵੇ, ਤਾਂ ਗਿਆਨ ਕੀ ਕਰੇਗਾ। ਸਾਨੂੰ ਪਛਾਣ ਜ਼ਰੂਰੀ। ਪਛਾਣ ਗਿਆਨ ਇੱਕੋ ਚੀਜ਼ ਹੈ। ਬੰਦੇ ਨੂੰ ਰੱਬ ਦੀ ਪਹਿਚਾਣ ਹੁੰਦੀ ਹੈ ਜਦੋਂ ਇਹ ਗਿਆਨ ਮਿਲਦਾ ਹੈ। ਹੁਣ ਗੁਰੂ ਪਾਤਸ਼ਾਹ ਅੱਗੇ ਕਹਿੰਦੇ ਵੀ ਜਦੋਂ ਇਸ ਅਵਸਥਾ ਤੇ ਬੰਦਾ ਪਹੁੰਚਦਾ ਨਾ, ਫਿਰ ਸੁਖ ਦੁੱਖ ਸਮ ਕਰ ਨਾਮ ਆਧਾਰਾ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਦੋਂ ਗੁਰਮੁਖ ਸੁਖ ਤੇ ਦੁੱਖ ਇੱਕੋ ਜਿਹਾ ਜਾਣ ਕੇ ਨਾਮ ਉਹਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਉਹ ਨਾਮ ਉਹਦੀ ਜ਼ਿੰਦਗੀ ਦਾ ਆਸਰਾ ਬਣ ਗਿਆ। ਜਦੋਂ ਨਾਮ ਆਸਰਾ ਬਣ ਗਿਆ, ਫਿਰ ਗੱਲ ਬਣ ਜਾਣੀ ਹੈ। ਫਿਰ ਉਹਨੂੰ ਸੁੱਖ ਦੁੱਖ ਦਾ ਫਰਕ ਹੀ ਨਜ਼ਰ ਨਹੀਂ ਆਉਂਦਾ। ਫਿਰ ਤੋਂ ਇਹ ਕਹਿੰਦਾ, ਆਪਣੇ ਮਨ ਨੂੰ ਸਮਝਾਉਂਦਾ ਹੈ, ਦੁੱਖ ਸੁੱਖ ਇੱਕੋ ਜਿਹੇ ਨੇ। ਦੁੱਖ ਸੁੱਖ ਹੋ ਨਹੀਂ ਦੇ ਰਿਹਾ। ਮੈਂ ਪਹਿਲਾਂ ਬੇਨਤੀ ਕੀਤੀ, ਜਦ ਤੱਕ ਮਨ ਬਾਹਰਮੁਖੀ ਹੈ, ਜਦ ਮਨ ਅੰਤਰਮੁਖੀ ਹੋਇਆ, ਆਤਮਾ ਦੇ ਕਹਿਣੇ ਵਿੱਚ ਤੁਰ ਪਿਆ, ਫਿਰ ਇਹਨੂੰ ਸਰੀਰ ਦੇ ਦੁੱਖ ਦੁੱਖ ਨਹੀਂ ਜਾਪਦੇ। ਆਉਣੇ ਤਾਂ ਹਨ ਪਰ ਲੱਗਦੇ ਨਹੀਂ। ਉਹਨੂੰ ਖੁਸ਼ੀ ਤੇ ਗਮੀ ਇੱਕੋ ਜਿਹੀ ਜਾਪਦੀ ਹੈ। ਉਹ ਆਪਾ ਮਾਰ ਲੈਂਦਾ। ਗੁਰੂ ਦੀ ਸ਼ਰਨ ਵਿੱਚ ਪਾ ਕੇ ਹਰੀ ਨਾਲ ਉਹਦੀ ਸਾਂਝ ਬਣਦੀ ਹੈ ਸ਼ਬਦ ਨਾਲ, ਤੇ ਉਸ ਸਹਿਜ ਦੇ ਘਰ ਵਿੱਚ ਜਾ ਕੇ ਟਿਕ ਜਾਂਦਾ। ਬਚਨ ਗੁਰੂ ਨਾਨਕ ਦੇਵ ਮਹਾਰਾਜ ਦਾ ਰਾਮਕਲੀ ਰਾਗ ਵਿੱਚ ਆਉਂਦਾ ਹੈ। ਕਹਿੰਦੇ ਨੇ, ਦੁੱਖ ਸੁੱਖ ਗੁਰਮੁਖ ਸਮ ਕਰ ਜਾਣਾ। ਗੁਰੂ ਅਨੁਸਾਰੀ ਬੰਦਾ ਦੁੱਖ ਸੁੱਖ ਨੂੰ ਇੱਕੋ ਜਿਹਾ ਸਮਝਦਾ। ਫਿਰ ਹਰਖ ਸੋਗ ਤੇ ਬਿਰਖਤ ਭਿਆ, ਨਾ ਖੁਸ਼ੀ ਆ ਨਾ ਗਮੀ, ਨਾ ਉੱਚਾ ਉੱਠ ਗਿਆ। ਉਹ ਇਹ ਤਾਂ ਨਹੀਂ ਵੀ ਜਨਮ ਵੇਲੇ ਵਾਜੇ ਵਜਾਉਂਦਾ ਤੇ ਮਰਨ ਵੇਲੇ ਢਾਹਾਂ ਮਾਰਦਾ। ਉਹਦਾ ਇਹੋ ਹੀ ਵਿਚਾਰ ਹੁੰਦਾ, ਇਹ ਮਹਾਰਾਜ ਜਾਂ ਤੁਸ ਭਾਣਾ ਤਾਂ ਜੰਮਿਆ
ਜੇ ਤੇਰਾ ਹੁਕਮ ਹੋਇਆ ਤਾਂ ਜੰਮ ਪਿਆ, ਪਰ ਫਿਰ ਕਹਿੰਦੇ ਭਾਣੇ ਵਿੱਚ ਆਇਆ ਤੇ ਭਾਣੇ ਵਿੱਚ ਚਲਾ ਗਿਆ। ਫਿਰ ਤਾਂ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੀ ਗੱਲ ਤਾਂ ਸਮਝ ਆਉਂਦੀ ਹੈ। ਨਹੀਂ ਢਾਹਾਂ ਮਾਰ ਕੇ ਪੰਕਤੀ ਪੜ੍ਹਨਾ ਤਾਂ ਕੁਝ ਨਹੀਂ ਬਣਨਾ, ਰੋ ਕੇ ਤਾਂ ਕੁਝ ਨਹੀਂ ਬਣਨਾ। ਜੇ ਸੱਦਾ ਉਹਦਾ ਆ ਗਿਆ, ਉਹਦਾ ਹੁਕਮ ਆ ਗਿਆ, ਤਾਂ ਫਿਰ ਕਿਵੇਂ ਆਪਾਂ ਕਹਿ ਸਕਦੇ ਹਾਂ ਵੀ ਉਹਨੇ ਸਾਡਾ ਮਾੜਾ ਕਰ ਦਿੱਤਾ। ਹਰ ਇੱਕ ਸੂਗ ਤੇ ਬਿਰਖਤ ਪਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੁੱਖ ਸੁੱਖ ਗੁਰਮੁਖ ਸਮ ਕਰ ਜਾਣਾ, ਹਰ ਇੱਕ ਸੂਗ ਤੇ ਬਿਰਖਤ ਪਿਆ। ਉੱਚਾ ਉੱਠ ਗਿਆ। ਆਪ ਮਾਰ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲਿਆ। ਸਮਾਏ ਲਿਆ, ਗੁਰੂ ਪਾਤਸ਼ਾਹ ਕਹਿੰਦੇ ਉਹਨੇ ਸਮਾਏ ਲਿਆ ਤਾਂ ਫਿਰ ਟਿਕ ਗਿਆ, ਸਹਿਜ ਦੇ ਘਰ ਵੀ ਟਿਕ ਗਿਆ। ਆਪ ਮਾਰ, ਆਪਾ ਭਾਵ ਗਵਾ ਲਿਆ। ਮੈਂ ਵਿੱਚੋਂ ਹੋ ਵਿੱਚੋਂ ਖੋਹ ਲਈ। ਗੁਰੂ ਦੀ ਸ਼ਰਨ ਪੈ ਕੇ ਹਰੀ ਦਾ ਨੇੜਾ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਸਹਿਜ ਦੇ ਘਰ ਚ ਟਿਕ ਗਿਆ। ਫਿਰ ਉਹਨੂੰ ਤਾਂ ਮਾਨ, ਉਹਨੂੰ ਗਰੀਬੀ, ਉਹਨੂੰ ਅਮੀਰੀ, ਤੈਸਾ ਰੰਕ ਤੈਸਾ ਰਾਜਾਨ, ਇਹ ਅਵਸਥਾ ਬਣ ਜਾਂਦੀ ਹੈ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਜਿਹਦੇ ਅੰਦਰ ਜੇ ਮਾਨ ਅਭਿਮਾਨ ਦੀ ਗੱਲ ਹੈ ਨਾ, ਵੀ ਮੇਰਾ ਮਾਨ ਹੋ ਜਾਏ, ਆਪਣੇ ਮਾਨ ਦਾ ਹੰਕਾਰ ਹੋ ਜਾਏ, ਗੁਰੂ ਸਾਹਿਬ ਉਹਦੀ ਪਰਿਭਾਸ਼ਾ ਦਿੰਦੇ, ਕਹਿੰਦੇ ਸੋ ਸੇਵਕ ਨਾਹੀ। ਉਹ ਸੇਵਕ ਕਿੱਥੋਂ ਬਣ ਗਿਆ? ਉਹ ਤਾਂ ਸੇਵਕ ਹੋ ਹੀ ਨਹੀਂ ਸਕਦਾ, ਉਹ ਸੇਵਕ ਬਣ ਹੀ ਨਹੀਂ ਸਕਦਾ। ਸਾਹਿਬ ਜੀ ਕਹਿੰਦੇ ਮਾਨ ਅਭਿਮਾਨ ਦਊ ਸਮਾਨੇ, ਮਸਤਕ ਡਾਰ ਗੁਰ ਪਾਗਿਓ। ਦੋਨੋਂ ਨੂੰ ਇੱਕੋ ਜਿਹੇ ਜਾਣੇ ਨਾ। ਕਹਿੰਦੇ ਸੰਪਤ ਹਰਖ ਨਾ ਆਪਤ ਦੁਖਾ, ਰੰਗ ਠਾਕੁਰੇ ਲਾਗਿਓ। ਹੁਣ ਉਹਨੂੰ ਖੁਸ਼ੀ ਵੀ ਕੋਈ ਨਹੀਂ, ਆਉਣ ਦੀ ਖੁਸ਼ੀ ਕੋਈ ਨਹੀਂ, ਜਾਣ ਦਾ ਗਮ ਕੋਈ ਨਹੀਂ। ਆਉਣ ਦੀ ਖੁਸ਼ੀ ਕੋਈ ਨਹੀਂ, ਜਾਣ ਦਾ ਗਮ ਕੋਈ ਨਹੀਂ। ਫਿਰ ਅੱਗੇ ਗੁਰੂ ਪਾਤਸ਼ਾਹ ਜੀ ਨੇ ਹੋਰ ਬਚਨ ਲਿਖਿਆ ਰਾਮਕਲੀ ਰਾਗ ਵਿੱਚ, ਗੁਰੂ ਅਰਜਨ ਦੇਵ ਮਹਾਰਾਜ ਦਾ। ਆਵਤ ਹਰਖ ਨਾ ਜਾਵਤ ਦੁਖਾ, ਨਹਿ ਵਿਆਪੇ ਮਨ ਰੋਗਨੀ। ਸਦਾ ਆਨੰਦ ਗੁਰ ਪੂਰਾ ਪਾਇਆ, ਤੋ ਉਤਰੀ ਸਗਲ ਵਿਯੋਗਨੀ। ਇਹ ਹੈ ਦੁੱਖ ਸੁੱਖ ਤੋਂ ਉੱਪਰ ਉੱਠ ਜਾਣਾ। ਪਰ ਕਦੋਂ? ਜਦੋਂ ਇਹ ਗਿਆਨ ਦਾ ਸੂਰਜ ਹਿਰਦੇ ਦੀ ਸ਼ੀਤਲਤਾ ਚੰਦਰਮਾ ਦੇ ਘਰ ਵਿੱਚ ਆ ਕੇ ਟਿਕ ਜਾਂਦਾ ਹੈ। ਹੁਣ ਜ਼ਿੰਦਗੀ ਦਾ ਆਸਰਾ ਕੀ ਹੈ? ਕੇਵਲ ਨਾਮ। ਉਹ ਨਾ ਸੁੱਖ ਵੇਲੇ ਨਾ ਦੁੱਖ ਵੇਲੇ ਭੁਲਾਉਂਦਾ। ਦੁੱਖ ਵੇਲੇ ਵੀ ਉਹਦਾ ਹੁਕਮ ਤੇ ਸੁੱਖ ਵੇਲੇ ਵੀ ਉਹਦਾ ਹੁਕਮ। ਬਸ ਇਹ ਹੈ ਦੁੱਖ ਸੁੱਖ ਸਮ ਕਰ ਨਾਮ ਆਧਾਰਾ। ਜ਼ਿੰਦਗੀ ਦਾ ਨਾਮ ਆਧਾਰ ਬਣ ਗਿਆ। ਫਿਰ ਆਪੇ ਪਾਰ ਉਤਾਰਨਹਾਰਾ। ਗੁਰੂ ਪਾਤਸ਼ਾਹ ਕਹਿੰਦੇ ਆਪੇ ਪਰਮੇਸ਼ਰ ਆਪ ਜਦੋਂ ਇਹ ਅਵਸਥਾ ਬਣ ਜਾਂਦੀ ਹੈ, ਤਾਰਨਹਾਰ ਪ੍ਰਭੂ ਆਪ ਹੀ ਇਸ ਦੁੱਤਰ ਸਾਗਰ ਤੋਂ, ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ। ਗੁਰ ਪਰਚੈ ਮਨ ਸਾਚ ਸਮਾਏ, ਪਰਮਤ ਨਾਨਕ ਕਾਲ ਨਾ ਖਾਏ। ਹੁਣ ਸੀ ਨਾ ਮੌਤ ਦੀ ਡਰ, ਮੌਤ ਦੀਆਂ ਗੱਲਾਂ, ਮੌਤ ਦੀਆਂ ਡਰ। ਕਹਿੰਦੇ ਜਦੋਂ ਪਰਚੇ ਦਾ ਹੁੰਦਾ ਸਾਂਝ ਬਣ ਜਾਣੀ, ਗੁਰੂ ਦੇ ਦਾ ਪਰਚ ਜਾਣਾ। ਜਦੋਂ ਗੁਰੂ ਦੇ ਉਪਦੇਸ਼ ਵਿੱਚ ਗੁਰੂ ਨਾਲ ਡੂੰਘੀ ਸਾਂਝ ਬਣ ਗਈ, ਗੁਰੂ ਨਾਨਕ ਸਾਹਿਬ ਕਹਿੰਦੇ ਗੁਰ ਪਰਚੇ, ਮਨ ਸੱਚੇ ਵਿੱਚ ਲੀਨ ਹੋ ਗਿਆ, ਤਾਂ ਫਿਰ ਸਤਿਗੁਰੂ ਜੀ ਕਹਿੰਦੇ ਮੌਤ ਦਾ ਡਰ ਨਹੀਂ ਵਿਆਪਦਾ। ਮੌਤ ਦਾ ਡਰ ਕਿੰਨੀ ਦੇਰ ਹੈ? ਇਸ ਮੌਤ ਨੇ ਸਾਰੇ ਜਗਤ ਨੂੰ ਡਰਾਇਆ ਹੋਇਆ ਹੈ, ਔਰ ਸਾਰਾ ਜਗਤ ਮੌਤ ਤੋਂ ਡਰਦਾ। ਸਾਰਾ ਜਗਤ ਮੌਤ ਤੋਂ ਡਰਦਾ ਹੈ। ਹਰ ਕੋਈ ਮੌਤ ਦਾ ਨਾਮ ਸੁਣ ਕੇ ਵੀ ਡਰਦਾ ਹੈ। ਪਰ ਗੁਰੂ ਦੇ ਸ਼ਬਦ ਨਾਲ ਜਦੋਂ ਸੋਝੀ ਹੋ ਜਾਂਦੀ ਹੈ ਤਾਂ ਸਮਝ ਆਉਂਦੀ ਹੈ ਮੌਤ ਅਸਲ ਵਿੱਚ ਚੀਜ਼ ਕੀ ਹੈ। ਡਰ ਕਦੋਂ ਮੁੱਕਦਾ ਹੈ? ਜਦੋਂ ਕਿਸੇ ਚੀਜ਼ ਦੀ ਅਸਲੀਅਤ ਸਮਝ ਆ ਜਾਏ, ਪਤਾ ਹੋ ਜਾਏ ਵੀ ਰੱਸੀ ਪਈ ਹੈ, ਸੱਪ ਨਹੀਂ ਹੈਗਾ, ਤਾਂ ਬੰਦਾ ਡਰਦਾ ਥੋੜੀ ਹੈ। ਡਰਦਾ ਉਦੋਂ ਹੈ ਜਦੋਂ ਰੱਸੀ ਨੂੰ ਸੱਪ ਸਮਝ ਪੈਂਦਾ। ਡਰਦਾ ਤਾਂ ਉਦੋਂ ਹੀ ਹੈ ਨਾ ਜਦੋਂ ਅਸਲੀਅਤ ਸਾਹਮਣੇ ਆ ਗਈ, ਗਿਆਨ ਹੋ ਗਿਆ ਵੀ ਤਾਂ ਰੱਸੀ ਹੈ, ਇਹ ਤਾਂ ਸੱਪ ਹੈ ਹੀ ਨਹੀਂ। ਫਿਰ ਉਹਦਾ ਡਰ ਕਾਹਦਾ? ਜੇ ਰੱਸੀ ਦਾ ਡਰ ਕਾਹਦਾ ਹੋਣਾ? ਸੋਝੀ ਕਦੋਂ ਹੁੰਦੀ ਹੈ ਮੌਤ ਦੀ? ਜਦੋਂ ਕਹਿੰਦੇ ਜਦੋਂ ਮੌਤ ਅਸਲ ਚੀਜ਼ ਕੀ ਹੈ, ਇਹ ਜਦੋਂ ਗੱਲ ਸਮਝ ਆ ਜਾਂਦੀ ਹੈ। ਇਹ ਹੁੰਦੀ ਕਦੋਂ ਹੈ? ਜਦੋਂ ਗੁਰੂ ਸ਼ਬਦ ਦੀ ਬਰਕਤ ਨਾਲ ਉਹਨੂੰ ਭਰੋਸਾ ਹੋ ਜਾਂਦਾ ਹੈ। ਜਦੋਂ ਉਹਨੂੰ ਮੌਤ ਦੀ ਸਮਝ ਆਉਂਦੀ ਹੈ, ਫਿਰ ਉਹਨੂੰ ਭਰੋਸਾ ਬਣ ਜਾਂਦਾ ਹੈ ਕਿ ਜਨਮ ਮਰਨ ਦੇ ਗੇੜ ਵਿੱਚ ਹੁਣ ਉਹ ਨਹੀਂ ਪਵੇਗਾ।
तो शब्द की बरकत नाल उन्हें अपना आप मिटा लिया है। जदों शब्द की बरकत नाल आपा भाव मिट जाता, मनुख मौत तो भी नहीं डरता। केवल वो मनुख ही मौत तो डरते हैं जिन्हां ने परमेश्वर नूं नहीं पछाणिया, जिन्हां ने परम पिता मालिक नाल सांझ नहीं पाई। जदों मनुख ज्ञान का सूरज आपा भाव मिटा के दुनिया की खाशां तो बेपरवाह कर दिंदा है, ये ज्ञान का सूरज जदों चलता है तो वह मनुख फिर अमर हो जाता है। मौत उसनूं डरा नहीं सकती, वो असल में सूरमा है, वो सूरमा है। हुण किहड़ा सूरमा? जिहड़ा मौत तो डरदा नहीं। जह मरने सब जगत तरासिया, भगत कबीर जी का बचन है राग गौड़ी दे विच। सो मरना गुर शब्द परगासिया, उस मौत का पता लग गया गुरु दे शब्द नाल भी है की है मौत। अब कैसे मरूं मरण मन मानिया, मर मर जाते जिन राम ना जानिया। पहला मरदियां तो करते हैं, मौत का डर तो उन्होंने है जिन्हां ने परमेश्वर नाल सांझ ही नहीं पाई। मरनो मरण कहे सब कोई, सहजे मरै अमर होए सोई। कहो कबीर मन भया आनंदा, गया परम रहा परमानंदा। कहते वो तो भुलेखे ही दूर हो गए सारे। जेड़ा कहते गुर परचे मन साच समाए, गुरु के शब्द नाल समझ पै गई। हालांकि मौत का डर तो बहुत है। कबीर जम का ठेगा बुरा है, वो न सहा जाए, वो नहीं सहा जाए। है तो औखी घट ही है ना, पर जे एक गुरु मिल जाए, एक जो साधु मोह मिलो तिन लिया अंचल लाए। भगत कबीर जी का श्लोक है, कहते ने जदों मैनू गुरु मिल गया उन्हें अपने गले ना ला लिया तो मौत का डर दूर हो गया। जब तक मनुख गुरु की शरण विच नहीं पैंदा, अपनी मैं ते अपनी होमे विच तुरिया फिरदा है, उदों तक मौत इहनूं डराउंदी है। ये तो पता मौत आएगी, ये तो हो नहीं सकता शरीरक मौत ना आवे। मिरत मंडल जग साजिया ज्यों बालू घर बार, बिनसत बार ना लाग गई ज्यों कागद बंधार। सुन मेरी मनसा मणे माहे सत देख विचार, सिद्ध साधक गृही जोगी तज गे घर बार। जैसे सुपना रैन का तैसा संसार, दृष्ट मानसा बिनसिए क्या लगे गवार। ये समझ आ गई, ये तो बिनसनहार है। भै उन्नी देर है जब तक समझ नहीं सी। तो गुरु साहब कह लगे भाई जदों सच्चे पिता वाहिगुरु दे विच लीन हो जाए, दीवा ज्ञान दा बल जाए, दीवा बले अंधेरा जाए। वेद पाठ मत पापा खाए, उगवे सूर ना जापे चंद। जय ज्ञान प्रकाश अज्ञान मिटंत। जिथे ज्ञान आ गया, ज्ञान का प्रकाश हो गया, उत्थे ज्ञान मिट जाता है, मौत का भय भी दूर हो जाता है। गुरु नानक साहब का बचन है। गुरु नानक साहब भी कहते हैं भी मौत उन्नी देर है जब तक मनुख गुरु के शब्द अनुसारी होकर जिंदगी नहीं जिउंदा। जदों गुरु के शब्द अनुसारी होकर जिंदगी जिउंदा है, मौत का भय भी इहदी जिंदगी विचों मुक जाता है। तो साहब जी ने ਜਿਹੜੇ ਜਿਹੜੇ सवाल सिद्धा ने पूछे, गुरु पातशाह जी ने सवालों मुताबक उन्होंने जवाब अज की इस पौड़ी भी दिते। पहला सी जिहड़ा सवाल उन्होंने पूछा चंद्रमा किवें टिकिया रहे, तो गुरु साहब जी कहते जदों शब्द उचारदियां हिरदे ठंडक पै जाती है, शांति पैदा हो जाती है। फिर कहते जदों चंद्रमा के घर में सूरजा वसदा, भाव अंदर ज्ञान प्रगट हो जाता है, ज्ञान का सूरज चढ़ता तो ज्ञानता का हनेरा मिट जाता है। तीजा सवाल जिहड़ा सिद्धा ने पूछा सी कि मौत का डर किवें मुक जाए, मौत देखणों किवें हट जाए। कहते जदों ये समझ आ जाती है दुख सुख इक्को जिहे हन, जन्म मरण इक्को जिहे हन, तो फिर मनुख के अंदरों ये भै जिहड़ा है मुक जाता है और काल उहनूं तकनों भी हट जाता है। तो सतगुरु महाराज सच्चे पातशाह फिर कहते गुर परचे मन साच समाए, परमत नानक काल ना खाए। तो इस ढंग के नाल मौत का भै जिहड़ा है जिंदगी विचों दूर हो जाता है। सतगुरु रहमत करन, बख्शिश करन कि मौत का भै साडी जिंदगी विचों भी दूर हो जाए, साडा भी लोक परलोक सहेला हो जाए जी। होईयां भुल्लां दी खिमा, प्यार सतफते बुलाओ। वाहिगुरू जी का खालसा, वाहिगुरू जी की फतेह।